किसानी का जिन्होंने अंदर दर्द है, छोटे बिजनेसमैन का दर्द है जिन्होंने अंदर, सारे जाने मेरा वीर कल नूं 25 तरीक नूं सरसा कैंचिया मानसा 12 बजे तो लैके 3 बजे तक अपना रोस मार्च रहूगा जी। ठीक है, तो सारे जाने कोशिश करियो, ठीक है ना, भी उत्थे पहुंचियो, क्योंकि ਆਪਾਂ ਹਾਂ जिन्ने भी हाल की घड़ी जिन्ने भरा बैठे हैं सारे आप 25 तो लैके 30 वाले उम्र अपने सारे लिए, तो आप यूथ हाँ, तो जिन्ना भी अपन सुनने वाला वो भी यूथ आगे, तो सारे की अपनी जिम्मेवारी बनती है, साड़ी जिम्मेवारी बनती है भी तुम सारे जाने उत्थे पहुंचो। ਉਹ ਜਿਹੜਾ ਕੰਮ ਹੈ, ਜਿਹੜਾ ਮਕਸਦ ਹੈ, ਜਿਹੜਾ ਇਹ ਕਿਸਾਨ ਵਿਰੋਧੀ ਬਿੱਲ ਨਹੀਂ, ਇਹ ਲੋਕ ਵਿਰੋਧੀ ਬਿੱਲ ਹੈ। ਜਿਹੜੇ ਮੇਰੇ ਵੀਰ ਭਰਾ ਨੂੰ ਇਹ ਲੱਗ ਰਿਹਾ ਘਰੇ ਬੈਠੇ ਨੂੰ ਵੀ ਇਹ ਕਿਸਾਨਾਂ ਦਾ ਹੀ ਰੌਲਾ ਹੈ ਜੀ, ਉਹ ਆਪ ਦੇਖਣ ਜੀ, ਅਸੀਂ ਕੀ ਕਰੀਏ ਜੀ, ਇਹ ਸਾਰਿਆਂ ਤੇ ਹੀ ਅਸਰ ਪੈਣਾ ਹੈ। ਇਹਦਾ ਜਿਹੜਾ ਐਂਡ ਰਿਜ਼ਲਟ ਹੈ, ਕਿਉਂਕਿ ਅੰਨਦਾਤਾ ਹੈ ਕਿਸਾਨ, ਜਦੋਂ ਅੰਨਦਾਤਾ ਹੀ ਭੁੱਖਾ ਮਰੂਗਾ ਤਾਂ ਇਹ ਘਰ ਘਰ ਦੀ ਰੋਟੀ ਤੇ ਅਸਰ ਪੈਣਾ ਹੈ। ਤੁਸੀਂ ਇਸ ਚੀਜ਼ ਦਾ ਖਿਆਲ ਰੱਖਿਓ। ਕੱਲ ਬਹੁਤ ਸੀਰੀਅਸ ਤੇ ਸੈਂਸਿਟਿਵ ਮੁੱਦਾ ਹੈ। ਧਰਨਿਆਂ ਤੇ ਆਪਣੇ ਬਾਪੂਆਂ ਦਾਦਿਆਂ ਦੀਆਂ ਪੱਗਾਂ ਲਈਆਂ ਜਾ ਰਹੀਆਂ ਨੇ, ਆਪਾਂ ਉੱਥੇ ਪਹੁੰਚ ਰਹੇ ਹਾਂ। ਸਰਕਾਰਾਂ ਨੂੰ ਬੇਨਤੀ ਕਰਨ, ਸ਼ਾਂਤਮਈ ਪ੍ਰਦਰਸ਼ਨ ਕਰਨ। ਓਏ ਅਸੀਂ ਨਹੀਂ ਮਰਨਾ, ਅਸੀਂ ਨਹੀਂ ਮਰਨਾ ਸਰਕਾਰੇ, ਆਓ ਤੇਰੇ ਜ਼ੁਲਮ ਮਾਰਨੇ ਨੇ। ਭਾਵੇਂ ਆਪਾਂ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਆ, ਲੇਕਿਨ ਦਿਲ ਸਾਰਿਆਂ ਦਾ ਇੰਡੀਆ ਦੇ ਵਿੱਚ ਹੀ ਆ, ਪੰਜਾਬ ਦੇ ਵਿੱਚ ਹੀ ਆ। ਸੋ ਇਹ ਇੱਕ ਮੌਕਾ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦਾ। ਇਹਦੇ ਵਿੱਚ ਇਹ ਨਹੀਂ ਵੀ ਕੋਈ ਜੱਟ ਆ ਜਾਂ ਕੋਈ ਕਿਸਾਨ ਆ, ਉਹਦੀ ਪ੍ਰੋਬਲਮ ਹੀ ਆ, ਮਜ਼ਦੂਰਾਂ ਦੀ, ਆੜ੍ਹਤੀਆਂ ਦੀ, ਜਾਤਾਂ ਤੋਂ ਉੱਤੇ ਹੋ ਕੇ, ਧਰਮਾਂ ਤੋਂ ਉੱਤੇ ਹੋ ਕੇ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਆਪਣੇ ਆਪਣੇ ਇਲਾਕੇ 'ਚ। ਤੁਸੀਂ ਸਾਰੇ ਪਹੁੰਚੋ ਮੇਰੇ ਵੀਰ, ਜਿਹੜੇ ਵੀ ਫੇਸਬੁੱਕ ਤੇ, ਜੇ ਤੁਸੀਂ ਕਲਾਕਾਰਾਂ ਦੇ ਸ਼ੋਆਂ 'ਚ ਪਹੁੰਚਦੇ ਹੋ 200 250 ਕਿਲੋਮੀਟਰ ਤੋਂ ਦੂਰ ਤੋਂ ਆ ਕੇ, ਮੋਟਰਸਾਈਕਲਾਂ ਤੇ, ਸਕੂਟਰਾਂ ਤੇ, ਟਰੈਕਟਰਾਂ ਤੇ, ਜਿਹਦੇ ਤੇ ਵੀ ਕਾਰਾਂ ਗੱਡੀਆਂ ਤੇ, ਤਾਂ ਕੱਲ ਧਰਨਿਆਂ ਦੇ ਵਿੱਚ ਵੀ ਜ਼ਰੂਰ ਪਹੁੰਚੋ, ਕਿਉਂਕਿ ਬਹੁਤ ਲੋੜ ਆ ਪੰਜਾਬ ਨੂੰ, ਪੰਜਾਬ ਦੀ ਜਵਾਨੀ ਦੀ, ਪੰਜਾਬ ਦੇ ਹੱਕਾਂ ਦੀ ਗੱਲ ਕਰਨ ਦੀ, ਜਵਾਨੀ ਨੂੰ ਹੱਕਾਂ ਦੀ ਗੱਲ ਕਰਨ ਦੀ, ਹੱਕ ਮੰਗਣ ਦੀ ਬਹੁਤ ਲੋੜ ਆ, ਕਿਉਂਕਿ ਬਜ਼ੁਰਗ ਤਾਂ ਸਾਡੇ ਕਿੰਨੇ ਸਾਲਾਂ ਤੋਂ ਲੱਗੇ। मेरी ये आप सबसे बहुत बहुत गुजारिश है कि जो मोदी जी ने एग्रीकल्चर बिल पास किया है उन पे भरोसा करें और लोगों की बातों पे, अफवाहों पे बिल्कुल मत जाएं, और ताकि हम लोग अपनी मर्जी से, अब कोई भी बिचौलिया नहीं है, अपने देश का, अपने देश की उन्नति के लिए काम करें। और मोदी से एक और गुजारिश है, मोदी जी हमें अब देसी बीज भी प्रोवाइड किए जाएं ताकि देश, भारत बहुत आगे बढ़े और प्योर ऑर्गेनिक हो। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਪੰਜਾਬ ਦੇ ਬਹੁਤਾਤ ਗਾਇਕ ਅੱਜ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ ਅਤੇ ਆੜ੍ਹਤੀਆਂ ਦੇ ਨਾਲ ਖਲੋਤੇ ਹੋਏ ਨਜ਼ਰ ਆ ਰਹੇ ਨੇ। ਉਹਨਾਂ ਨਾਲ ਮੋਢਾ ਲਾ ਕੇ ਸੜਕਾਂ ਉੱਤੇ ਨਿਤਰਨ ਦੀ ਤਿਆਰੀ ਕਰ ਰਹੇ ਨੇ। 25 ਤਰੀਕ ਨੂੰ ਮਤਲਬ ਕੱਲ ਸ਼ੰਭੂ ਬਾਰਡਰ ਉੱਤੇ ਇੱਕ ਵੱਡਾ ਇਕੱਠ ਹੋਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ, ਜਿਸ ਦੇ ਵਿੱਚ ਕਿਸਾਨ, ਮਜ਼ਦੂਰ, ਆੜ੍ਹਤੀਏ, ਪੰਜਾਬੀ ਗਾਇਕ, ਐਕਟਰ ਸਾਰੇ ਹੀ ਪਹੁੰਚ ਰਹੇ ਨੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਵਾਸਤੇ, ਕਿਉਂਕਿ ਹਰ ਕਿਸੇ ਨੂੰ ਇਹ ਅਹਿਸਾਸ ਹੋ ਚੁੱਕਿਆ ਹੈ ਕਿ ਜੇਕਰ ਇਹ ਜ਼ਬਰਦਸਤੀ ਕਿਸਾਨਾਂ ਤੇ ਥੋਪੇ ਗਏ ਕਾਨੂੰਨ ਲਾਗੂ ਰਹਿਣ ਦਿੱਤੇ ਗਏ ਤਾਂ ਫਿਰ ਉਹ ਦਿਨ ਦੂਰ ਨਹੀਂ ਹੋਵੇਗਾ ਜਦ ਕਿਸਾਨ ਆਪਣੀ ਹੀ ਜ਼ਮੀਨ ਉੱਤੇ ਸਿਰਫ ਮਜ਼ਦੂਰ ਬਣ ਕੇ ਰਹਿ ਜਾਵੇਗਾ। ਤੇ ਇਹ ਕਿਸੇ ਨੂੰ ਵੀ ਬਰਦਾਸ਼ਤ ਨਹੀਂ ਕਿ ਉਸ ਦੀ ਮਾਂ ਦਾ ਸੌਦਾ ਕੀਤਾ ਜਾਵੇ, ਉਸ ਦੀ ਉਸ ਧਰਤੀ ਦਾ ਸੌਦਾ ਕੀਤਾ ਜਾਵੇ ਜਿਸ ਨੇ ਉਸ ਦੀਆਂ ਕਈ ਪੀੜ੍ਹੀਆਂ ਪਾਲੀਆਂ ਨੇ, ਜਿਸ ਨੇ ਪੂਰੇ ਮੁਲਕ ਦਾ ਢਿੱਡ ਭਰਿਆ ਹੈ। ਪਰ ਹੁਣ ਇਹਨਾਂ ਘਟੀਆ ਸਿਆਸਤਦਾਨਾਂ ਦੀਆਂ ਨਜ਼ਰਾਂ ਇਸ ਜ਼ਮੀਨ ਤੇ ਆਣ ਪਈਆਂ ਨੇ ਕਿ ਆਖਿਰ ਕਿੱਦਾਂ ਪੰਜਾਬ ਦੇ ਕਿਸਾਨਾਂ ਨੂੰ ਉਹਨਾਂ ਦੀ ਜ਼ਮੀਨ ਤੋਂ ਵਾਂਝਿਆ ਕੀਤਾ ਜਾਵੇ, ਕਿੱਦਾਂ ਦਾਣੇ ਦਾਣੇ ਵਾਸਤੇ ਪੂਰੇ ਦੇਸ਼ ਦਾ ਢਿੱਡ ਭਰਨ ਵਾਲਾ ਕਿਸਾਨ ਮੁਹਤਾਜ ਕੀਤਾ ਜਾਵੇ। ਤਾਂ ਹੀ ਹੁਣ ਸਾਰੇ ਹੀ ਗਾਇਕ ਉਤਰ ਆਏ ਨੇ ਕਿਸਾਨਾਂ ਦੇ ਹੱਕ ਵਿੱਚ ਅਤੇ ਆਪਣੀ ਦਿਲ ਦੀ ਗੱਲ ਖੁੱਲ੍ਹ ਕੇ ਕਹਿ ਰਹੇ ਨੇ। ਤੇ ਕੁਝ ਦਲੇਰ ਮਹਿੰਦੀ ਵਰਗੇ ਅਜਿਹੇ ਵੀ ਸਰਕਾਰੀ ਹੱਥ ਠੋਕੇ ਸਰਕਾਰੀ ਪਿੱਠੂ ਹੈ ਨੇ ਜੋ ਅਜੇ ਵੀ ਮੋਦੀ 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 ਗਾ ਰਹੇ ਨੇ ਤੇ ਕਿਸਾਨਾਂ ਨੂੰ, ਨੌਜਵਾਨੀ ਨੂੰ ਗੁਰਾਹੇ ਪਾ ਰਹੇ ਨੇ, ਆਪਣੇ ਤਰੀਕੇ ਸਮਝਾ ਰਹੇ ਨੇ ਕਿ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਆਰਡੀਨੈਂਸ ਬਿਲਕੁਲ ਸਹੀ ਨੇ। ਹੁਣ ਅਜਿਹੀਆਂ ਗੱਲਾਂ ਦਲੇਰ ਮਹਿੰਦੀ ਦੇ ਮੂੰਹ ਤੋਂ ਸੁਣ ਕੇ ਤਾਂ ਇੱਦਾਂ ਹੀ ਜਾਪਦਾ ਹੈ ਕਿ ਸ਼ਾਇਦ ਬਿਨਾਂ ਕੁੱਤੇ ਖਾਣੀ ਕਰਵਾਇਆ ਇਸ ਦੇ ਸੰਗੋਂ ਰੋਟੀ ਥੱਲੇ ਨਹੀਂ ਉਤਰਦੀ।
ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਜੀ। 4 ਜਾਣੇ 150 4000 9000। ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ। ਆਜੋ ਪਹਿਲਾਂ ਲਾਈਵ ਆਜੋ ਬਾਈ। ਅਸੀਂ ਸਾਰੇ ਭਰਾ ਇਕੱਠੇ ਹੋਏ ਸੀ ਕੱਲ੍ਹ ਬਾਰੇ ਕੁਛ ਕੁ ਇਨਫੋਰਮੇਸ਼ਨ ਸਾਂਝੀ ਕਰਨੀ ਤੁਹਾਡੇ ਸਾਰੇ ਭਰਾਵਾਂ ਨਾਲ। ਤੇ 24000 26000 27000 ਆਜੋ ਬਾਈ ਆਜੋ ਜੀ। ਸਾਰਿਆਂ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਲਓ ਅੰਮ੍ਰਿਤ ਬਾਈ ਵੀ ਆ ਗਿਆ ਬਾਈ। ਸਤਿ ਸ਼੍ਰੀ ਅਕਾਲ ਜੀ। ਸ਼ਿਕਾਰ ਕੀ ਹਾਲ ਚਾਲ ਜੀ? ਠੀਕ ਠਾਕ, ਬਹੁਤ ਵਧੀਆ ਬਾਈ। ਸਾਡਾ ਭਰਾ ਅੰਮ੍ਰਿਤਮਾਨ ਬਾਈ ਆਰਨੇਤ। ਸਤਿ ਸ਼੍ਰੀ ਅਕਾਲ ਜੀ ਬਾਈ। ਸਤਿ ਸ਼੍ਰੀ ਅਕਾਲ ਅੰਮ੍ਰਿਤ ਬਾਈ। ਬਾਨਾ ਸਿੱਧੂ ਜੀ ਕੀ ਹਾਲ ਚਾਲ ਜੀ? ਕੋਰ ਵਾਲਾ ਮਾਨ ਜੀ। ਬਾਕੀ ਜਿੰਨੇ ਵੀ ਸਾਡੇ ਭਰਾ ਮੈਂ ਤੁਹਾਨੂੰ ਸਾਰਿਆਂ ਨਾਲ ਮਿਲਾਉਣਾ, ਜਿੰਨੇ ਵੀ ਅੱਜ ਅਸੀਂ ਸਾਰੇ ਇਕੱਠੇ ਹੋਏ ਆ। ਅਮਨ ਜਲੂਰੀਆ ਸਾਰੇ ਜਿੰਨੇ ਵੀ ਮੇਰੇ ਵੀਰ ਸਾਡੇ ਪਿੰਡੋਂ ਨੇੜੇ ਤੇੜੇ ਜਿਹੜੇ ਵੀ ਆਸੇ-ਪਾਸੇ ਪਿੰਡਾਂ ਤੋਂ ਮੁੰਡੇ ਆਏ ਹੋਏ ਨੇ ਸਾਰੇ ਹਨਾ। ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਹਿ ਦਿਓ ਅੰਮ੍ਰਿਤ ਬਾਈ ਤੁਸੀਂ ਵੀ। ਸਤਿ ਸ਼੍ਰੀ ਅਕਾਲ ਜੀ। ਫਤਿਹ ਬੁਲਾਉਣੇ ਆ ਸਾਰਿਆਂ ਨੂੰ, ਭਰਾਵਾਂ ਨੂੰ। ਤੇ ਬਾਈ ਅੱਜ ਜੀ ਸਾਰੇ ਇਕੱਠੇ ਹੋਏ ਸੀਗੇ ਜੀ। ਅਸੀਂ ਯਾਨੀ ਕਿ ਜਿੰਨੀਆਂ ਮੁੱਢਲੀਆਂ ਪਲੈਨਿੰਗ ਸੀ ਸਾਰੀਆਂ ਡਨ ਹੋ ਚੁੱਕੀਆਂ ਨੇ। ਤੇ ਠੀਕ ਹੈ। ਬਾਕੀ ਤੁਹਾਡੀ ਵੇਟ ਹੋਲਡ ਕਰ ਲਓ। ਇੱਧਰ ਸਾਰੇ ਤਿਆਰ ਆ। ਇੱਧਰ ਅਸੀਂ ਸਾਰੀ ਪਲੈਨਿੰਗ ਕਰ ਲਈ। ਬਾਕੀ ਉਹਦਾ ਨਾਮ ਲੈ ਕੇ ਸਾਰਾ ਕੁਝ ਬਾਈ ਤੁਸੀਂ ਪਹੁੰਚੋ ਕੱਲ੍ਹ ਨੂੰ। ਤੇ ਜਿੰਨੇ ਵੀ 47,000 47,000 ਬੰਦਾ ਸਾਨੂੰ ਦੇਖ ਰਿਹਾ ਜੀ। ਤੇ ਤੁਹਾਨੂੰ ਸਾਡੇ ਸਾਰੇ ਭਰਾਵਾਂ ਬੰਨਿਓ ਜਿਹੜੇ ਅਸੀਂ ਇਕੱਠੇ ਬੈਠਦੇ ਉੱਠਦੇ ਹਾਂ, ਸਾਡੇ ਚ ਆਪਸ ਚ ਇਤਫਾਕ ਹੈ। ਅਸੀਂ ਮਾਨਸਾ ਬਠਿੰਡੇ ਏਰੀਆ ਨੂੰ ਬਿਲੋਂਗ ਕਰਦੇ ਹਾਂ ਸਾਰੇ ਜਾਣੇ। ਤੇ ਸਾਰੇ ਮੇਰੇ ਵੀਰ ਭਰਾ ਜਿੰਨੇ ਵੀ ਕਿਸਾਨੀ ਦਾ ਜਿਨ੍ਹਾਂ ਦੇ ਅੰਦਰ ਦਰਦ ਹੈ, ਛੋਟੇ ਬਿਜ਼ਨਸਮੈਨਾਂ ਦਾ ਦਰਦ ਹੈ ਜਿਨ੍ਹਾਂ ਅੰਦਰ, ਸਾਰੇ ਜਾਣੇ ਮੇਰਾ ਵੀਰ ਕੱਲ੍ਹ ਨੂੰ 25 ਤਰੀਕ ਨੂੰ ਸਰਸਾ ਕੈਂਚੀਆ ਮਾਨਸਾ 12 ਵਜੇ ਤੋਂ ਲੈ ਕੇ 3 ਵਜੇ ਤੱਕ ਆਪਣਾ ਰੋਸ ਮਾਰਚ ਰਹੂਗਾ ਜੀ। ਠੀਕ ਹੈ। ਤੇ ਸਾਰੇ ਜਾਣੇ ਕੋਸ਼ਿਸ਼ ਕਰਿਓ, ਠੀਕ ਹੈ ਨਾ, ਵੀ ਉੱਥੇ ਪਹੁੰਚਿਓ। ਕਿਉਂਕਿ ਆਪਾਂ ਜਿੰਨੇ ਵੀ ਹਾਲ ਦੀ ਘੜੀ ਜਿੰਨੇ ਭਰਾ ਬੈਠੇ ਆ ਸਾਰੇ ਆਪਾਂ 25 ਤੋਂ ਲੈ ਕੇ 30 ਦੇ ਵਿੱਚ ਵਾਲੇ ਉਮਰ ਆਪਣੇ ਸਾਰਿਆਂ ਲਈ। ਤੇ ਆਪਾਂ ਯੂਥ ਆ ਤੇ ਜਿੰਨਾ ਵੀ ਆਪਾਂ ਨੂੰ ਸੁਣਨ ਵਾਲਾ ਉਹ ਵੀ ਯੂਥ ਆ ਕੇ। ਤੇ ਸਾਰਿਆਂ ਦੀ ਆਪਣੀ ਜ਼ਿੰਮੇਵਾਰੀ ਬਣਦੀ ਆ, ਸਾਡੀ ਜ਼ਿੰਮੇਵਾਰੀ ਬਣਦੀ ਆ ਵੀ ਤੁਸੀਂ ਸਾਰੇ ਜਾਣੇ ਉੱਥੇ ਪਹੁੰਚੋ। ਤੇ ਇੱਕ ਦੋ ਛੋਟੀਆਂ ਬੇਨਤੀਆਂ ਹੋਰ ਸੀ ਵੀ ਕੱਲ ਨੂੰ ਵੀ ਬਹੁਤ ਲੋਕਾਂ ਨੇ ਦੂਰੋਂ ਆਉਣਾ ਹਨਾ। ਮੈਨੂੰ ਲੱਗਦਾ ਹੈਗਾ ਸਾਰੇ ਆਲਮੋਸਟ ਸਾਰਾ ਪੰਜਾਬ ਬੰਦ ਹੈ ਹਨਾ। ਤੇ ਵੀ ਕੋਸ਼ਿਸ਼ ਇਹ ਕਰੋ ਜਿਨ੍ਹਾਂ ਨੇ ਦੂਰੋਂ ਦਰਾਡੇ ਆਉਣਾ, ਜਾਂ ਤਾਂ ਉਹ ਅੱਜ ਹੀ ਕਿਤੇ ਨਾ ਕਿਤੇ ਸਿਸਟਮ ਕਰਕੇ ਨੇੜੇ ਤੇੜੇ ਆ ਜਾਓ, ਜਾਂ ਫਿਰ ਤੜਕੇ ਸੁਨੇਹਾ ਤੁਸੀਂ ਪਹੁੰਚੋ। ਅਸਲ ਦੇ ਵਿੱਚ ਪ੍ਰੋਗਰਾਮ ਤਾਂ ਅਸੀਂ ਯਾਨੀ ਕਿ 10 ਵਜੇ ਜਿੰਨਾ ਵੀ ਆਪਣੇ ਵੀਰ ਭਰਾ, ਜਿੰਨੀ ਖਲਕਤ, ਜਿੰਨਾ ਵੀ ਸਾਨੂੰ ਚਾਹਣ ਵਾਲੇ ਨੇ, ਜਿੰਨੇ ਵੀ ਕਿਸਾਨ ਵੀਰ ਭੈਣ ਭਰਾ ਹੋਣਗੇ ਸਾਡੇ, ਉਹ ਸਵੇਰੇ ਹੀ ਪਹੁੰਚ ਜਾਣਗੇ। ਠੀਕ ਹੈ ਨਾ। ਤੇ ਜਿਹੜੇ ਉਹ ਸਵੇਰੇ ਵੀ ਪਹੁੰਚਣਗੇ ਉਹਨਾਂ ਨੂੰ ਵੀ ਇਹੀ ਬੇਨਤੀ ਹੈ ਵੀ ਤੁਸੀਂ ਕੋਈ ਭਗਦੜ ਨਹੀਂ ਕਰਨੀ, ਕੋਈ ਕੁਛ ਨਹੀਂ ਕਰਨਾ, ਆਰਾਮ ਨਾਲ ਬੈਠ ਕੇ ਵੇਟ ਕਰਦੇ ਆ। ਸਾਡੇ ਕੁਛ ਨਾ ਕੁਛ ਉੱਥੇ ਬੰਦੇ ਪ੍ਰਬੰਧਕ ਹੀ ਹੋਣਗੇ ਜਿਹੜੇ ਉੱਥੇ ਪ੍ਰਬੰਧ ਕਰ ਰਹੇ ਹੋਣਗੇ। ਤੁਸੀਂ ਜਾਂ ਤਾਂ ਉਹਨਾਂ ਤੋਂ ਪੂਰੀ ਇਨਫੋਰਮੇਸ਼ਨ ਲੈਣੀ ਹੈ। ਬਾਕੀ 10 10:30 11 ਨੇੜੇ ਤੇੜੇ ਸਾਰੇ ਬੰਦੇ ਮਿਲਦਾ, ਸਾਰੇ ਬੰਦੇ ਉੱਥੇ ਪਹੁੰਚ ਹੀ ਜਾਣਗੇ। ਠੀਕ ਹੈ ਨਾ। ਜਿਹੜੇ ਬੰਦੇ ਦੂਰੋਂ ਦਰਾਡੇ ਵੀ ਆ ਰਹੇ ਨੇ ਉਹ ਅਨੁਸ਼ਾਸਨ ਬਣਾ ਕੇ ਰੱਖਿਓ ਮੇਰਾ ਵੀਰ। ਠੀਕ ਹੈ ਨਾ। ਅੱਜ ਮੇਰਾ ਸਾਰੇ ਆਪਣੇ ਭਰਾ ਆਏ ਹੋਏ ਸੀ, ਆਰਨੇਤ ਬਾਈ ਆਇਆ ਹੋਇਆ, ਬਾਈ ਕੋਰ ਵਾਲਾ ਮਾਨ ਆਇਆ, ਸਾਰੇ ਜਿੰਨੇ ਵੀ ਆਪਣੇ ਦੋਸਤ ਮਿੱਤਰ ਨੇ ਜਿਨ੍ਹਾਂ ਨਾਲ ਸਾਡਾ ਤਵਾਕ ਹੈ, ਜਿਹਨਾਂ ਨਾਲ ਅਸੀਂ ਬੈਠਦੇ ਉੱਠਦੇ ਹਾਂ, ਜਿਨ੍ਹਾਂ ਸਾਨੂੰ ਰਿਸਪੌਂਸਿਬਿਲਿਟੀ ਜ਼ਿਆਦਾ ਹੈ। ਠੀਕ ਹੈ ਨਾ। ਤੇ ਉਹ ਅਸੀਂ ਸਾਰੇ ਇਹੀ ਸਲਾਹ ਕਰ ਰਹੇ ਸੀਗੇ ਵੀ ਪਹਿਲੀ ਗੱਲ ਤਾਂ ਇਹ ਵੀ ਆਪਾਂ ਅਨੁਸ਼ਾਸਨ ਨਹੀਂ ਭੰਗ ਕਰਨਾ। ਦੂਜੀ ਗੱਲ ਇਹ ਹੈ ਵੀ ਵੀਰੇ ਪੰਕਚੁਅਲਿਟੀ ਰੱਖਿਓ। ਜਿੰਨੇ ਟਾਈਮ ਤੇ ਤੁਹਾਨੂੰ ਕਹਿਤਾ ਉਸੇ ਟਾਈਮ ਤੇ ਹੀ ਪਹੁੰਚਿਓ। ਠੀਕ ਹੈ ਨਾ ਜੀ। ਇਹ ਇਕੱਲਾ ਸਾਡਾ ਨਹੀਂ, ਜਾਂ ਮੇਰਾ ਨਹੀਂ, ਜਾਂ ਅੰਮ੍ਰਿਤ ਦਾ ਨਹੀਂ, ਜਾਂ ਆਰਨੇਤ ਦਾ ਨਹੀਂ, ਕਿਸੇ ਦਾ ਨਹੀਂ ਹੈਗਾ। ਅਸੀਂ ਸਾਰੇ ਇਹ ਆਪਣੇ ਸਾਰਿਆਂ ਦਾ ਰੋਸ ਮਾਰਚ ਤੇ ਆਪਣੇ ਸਾਰਿਆਂ ਦੇ ਹੱਕਾਂ ਦੀ ਗੱਲ ਹੈ। ਠੀਕ ਹੈ ਨਾ। ਤੁਸੀਂ ਟਾਈਮ ਨਾਲ ਪਹੁੰਚੋ ਮੇਰਾ ਵੀਰ ਹੈ ਨਾ। ਤੇ ਜਿਹੜੇ ਵੀ ਸਾਨੂੰ ਪਿਆਰ ਕਰਦੇ, ਜਿਨ੍ਹਾਂ ਨੂੰ ਸਾਡਾ ਇੱਕ ਗਾਣਾ ਵੀ ਪਸੰਦ ਹੈ, ਇੱਕ ਗਾਣਾ ਛੱਡੋ ਇੱਕ ਅੱਖਰ ਵੀ ਪਸੰਦ ਹੈ, ਉਹ ਪਲੀਜ਼ ਉਹ ਧਰਨੇ ਤੇ ਪਹੁੰਚੋ। ਠੀਕ ਹੈ ਨਾ। ਬਾਕੀ ਮੈਂ ਬਾਈ ਆਰਨੇਤ ਬਾਈ ਨਾਲ ਗੱਲ ਕਰਵਾਉਣਾ ਤੁਹਾਡੀ। ਹਾਂਜੀ ਵੀਰੇ। ਅੰਮ੍ਰਿਤ ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਜੀ? ਠੀਕ ਹੋ? ਮੇਰੇ ਠੀਕ ਠਾਕ। ਬਾਕੀ ਸਾਰੇ ਜਿੰਨੇ ਵੀ ਲਾਈਵ ਦੇਖ ਰਹੇ ਨੇ ਸਿੱਧੂ ਬਾਈ ਦੇ ਤੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਬਾਕੀ ਤੁਹਾਡੇ ਨਾਲ ਕਹਿਣ ਦੀ ਕੋਈ ਜ਼ਰੂਰਤ ਨਹੀਂ, ਬਾਈ ਨੇ ਕਹਿਤਾ ਸਿੱਧੂ ਬਾਈ ਨੇ, ਕਿਉਂਕਿ ਇੱਕੋ ਹੀ ਗੱਲ ਹੈ। ਸੋ ਸਾਰਿਆਂ ਨੂੰ ਸਾਡੇ ਵੱਲੋਂ ਵੀ ਸਾਰਿਆਂ ਨੂੰ ਬੇਨਤੀ ਹੈ ਵੀ ਜਿੰਨੇ ਵੀ ਸਾਨੂੰ ਪਿਆਰ ਕਰਦੇ ਆ, ਜਿਨ੍ਹਾਂ ਨੇ ਸਾਨੂੰ ਇੱਥੋਂ ਤੱਕ ਲੈ ਕੇ ਆਂਦਾ, ਵੀ ਸਾਰਿਆਂ ਨੂੰ ਇਹ ਰਿਕੁਐਸਟ ਹੈ ਵੀ ਸਾਰੇ ਸਾਥ ਦਿਓ
ਤੇ ਕਿਉਂਕਿ ਕਿਸਾਨੀ ਨੂੰ ਲੈ ਕੇ ਜਿਹੜਾ ਇਹ ਸੰਘੀ ਘੁੱਟਣ ਵਾਲਾ ਬਿੱਲ ਹੈ ਪਾਸ ਹੋਇਆ ਵੀ ਆਪਾਂ ਉਸ ਮੁੱਦੇ ਨੂੰ ਲੈ ਕੇ ਆਪਾਂ ਨੇ ਜਿਹੜਾ ਰੋਸ ਮੁਜ਼ਾਹਰਾ ਆਪਾਂ ਕਰਨਾ ਸਭ ਨੇ ਰਲ ਮਿਲ ਕੇ, ਕਿਉਂਕਿ ਕਿਸਾਨ ਦੇ ਸਿਰ ਤੇ ਸਾਰਾ ਸੰਸਾਰ ਚੱਲਦਾ ਹੈ। ਇਹ ਇੱਕ ਸਾਰੇ ਸੰਸਾਰ ਦਾ ਇੰਜਣ ਹੈ ਜਿਹੜਾ ਸਾਰੇ ਡੱਬਿਆਂ ਨੂੰ ਖਿੱਚੀ ਫਿਰਦਾ। ਸੋ ਸਾਰਿਆਂ ਨੂੰ ਬੇਨਤੀ ਹੈ ਸਾਡਾ ਸਾਥ ਦਿਓ ਭਰਾ ਬਣ ਕੇ। ਬਾਕੀ ਸਾਰੇ ਪਿਆਰ ਕਰਨ ਵਾਲੇ ਚਰਨਾਂ ਦੇ ਵਿੱਚ ਇੱਕੋ ਹੀ ਬੇਨਤੀ ਹੈ, ਕੱਲ ਨੂੰ ਆਪਾਂ ਨੇ ਅਨੁਸ਼ਾਸਨ ਹੈ ਜਿਹੜਾ ਉਹ ਨਹੀਂ ਭੰਗ ਕਰਨਾ, ਵੀ ਉਸ ਹਿਸਾਬ ਨਾਲ ਰਹਿਣਾ ਸਾਰਿਆਂ ਨੇ, ਕਿਉਂਕਿ ਤੁਸੀਂ ਪਿਆਰ ਕਰਦੇ ਹੋ ਸਾਨੂੰ ਉਸ ਗੱਲ ਦਾ ਅਸੀਂ ਚੰਗੀ ਤਰ੍ਹਾਂ ਸਾਰੇ ਜਾਣਦੇ ਹਾਂ, ਕਿਉਂਕਿ ਤੁਹਾਡੇ ਦਿਲਾਂ ਦੇ ਵਿੱਚ ਸਾਡੇ ਲਈ ਪਿਆਰ ਹੈ, ਰਿਸਪੈਕਟ ਹੈ। ਫੋਟੋ ਵਾਲੀ ਬੇਨਤੀ ਕਰਦੀ ਸਾਰਿਆਂ ਨੂੰ ਭਰਾਵਾਂ। ਹਾਂਜੀ ਹਾਂਜੀ ਵੀਰੇ, ਤੇ ਫੋਟੋਆਂ ਦਾ ਵੀ ਕੋਈ ਚੱਕਰ ਹੀ ਨਹੀਂ ਆਪਾਂ, ਕਿਉਂਕਿ ਅਸੀਂ ਪਿੰਡਾਂ 'ਚ ਵਿਚਰਦੇ ਹਾਂ, ਖੇਤਾਂ 'ਚ ਰਹਿੰਦੇ ਹਾਂ, ਜਦੋਂ ਮਰਜ਼ੀ ਕਰਾਓ, ਕਿਉਂਕਿ ਫੋਟੋ ਦੇ ਕੱਲ ਦਾ ਵੀਰ ਬਣ ਕੇ ਥੋੜੇ ਫੋਟੋਆਂ ਦਾ ਕਰੇਜ ਕਰਿਓ। ਕਰੇਜ ਹੁੰਦਾ ਕਿ ਗਰੇਜ ਹੁੰਦਾ ਹੈ, ਅਮਰਤ ਭਾਈ ਮੜਾ ਮੈਨੂੰ ਦੱਸਿਓ। ਹਾਂ ਗਰੇਜ ਕਰਿਓ, ਗਰੇਜ਼ ਬਣ ਕੇ ਸਾਰੇ ਪਹੁੰਚੋ ਸਾਰੇ, ਤੇ ਫੋਟੋਆਂ ਕੋਈ ਚੱਕਰ ਨਹੀਂ ਆਪਣਾ ਕਿਹੜਾ ਆਪਣੇ ਜਿਹੜੇ ਕਿਸਾਨ ਭਰਾ ਨੇ ਇਹਨਾਂ ਦੇ ਜਿਹੜੇ ਚਿਹਰੇ ਨੇ ਖੁਸ਼ੀਆਂ ਨਾਲ ਖਿੜ ਜਾਣ, ਉਸ ਤੋਂ ਬਾਅਦ ਆਪਾਂ ਫੋਟੋਆਂ ਕਰਨ ਤੇ ਆ। ਸੋ ਸਾਰੇ ਭਰਾ ਸਾਡਾ ਸਾਥ ਦਿਓ ਵੀਰ ਬਣ ਕੇ, ਕਿਉਂਕਿ ਵੀ ਮੇਰਾ ਵੀਰ ਇਹ ਚੀਜ਼ ਜਿਹੜੀ ਆ ਇਹ ਬਹੁਤ ਹੈ। ਅਮਰਤ ਬਾਈ ਮੈਂ ਕਹਿ ਰਿਹਾ ਸੀ, ਮੈਂ ਜਿੰਨੇ ਵੀ ਬੰਦੇ ਅਸੀਂ ਇੱਥੇ ਗੱਲ ਕਰ ਰਹੇ ਹਾਂ, ਸਾਡੇ ਚ ਫੋਟੋ ਭੱਜਣ ਵਾਲਾ ਬੰਦਾ ਹੈ ਹੀ ਨਹੀਂ ਕੋਈ। ਹਾਂ ਬਿਲਕੁਲ ਬਿਲਕੁਲ, ਅਸੀਂ ਤਾਂ ਆਪ ਬੁਲਾ ਲੈਂਦੇ ਬਾਈ, ਆਜੋ ਫੋਟੋ ਖਿਚਾਈਏ। ਸੋ ਸਾਰੇ ਬਿਲਕੁਲ ਤੁਸੀਂ ਸਾਡਾ ਸਾਥ ਦਿਓ, ਕਿਉਂਕਿ ਐਡੇ ਵੱਡੇ ਸਾਨੂੰ ਰੁਤਬੇ ਦਿੱਤੇ ਆ, ਤੁਸੀਂ ਪਿਆਰ ਕਰਨ ਵਾਲੇ ਨੇ ਦਿੱਤੇ ਆ। ਸੋ ਸਭ ਤੋਂ ਜਿਹੜੀ ਮੇਨ ਗੱਲ ਆ, ਕਿਸਾਨੀ ਦੇ ਸਿਰ ਤੇ ਇੱਕ ਰੇਹੜੀ ਵਾਲੇ ਤੋਂ ਲੈ ਕੇ ਵੱਡੇ ਬਿਜ਼ਨਸਮੈਨ ਤੱਕ ਸਾਰਿਆਂ ਦੇ ਕੰਮਕਾਰ ਜਿਹੜੇ ਕਿਸਾਨੀ ਦੇ ਸਿਰ ਤੇ ਚੱਲਦੇ ਆ। ਸੋ ਬਾਕੀ ਕੱਲ ਮੇਨ ਸਾਰਾ ਰੌਲਾ ਕੱਲ ਜਿਹੜਾ ਆਪਾਂ ਇਕੱਠ ਕਰ ਰਹੇ ਹਾਂ ਨੇਤ ਸਿੱਧੂ, ਸਾਰੇ ਵੀਰ ਭਰਾ, ਕੂਰ ਵਾਲਾ ਭਰਾ ਸਾਰੇ ਇਕੱਠੇ ਆ ਆਪਾਂ। ਸੋ ਇਹੀ ਹੈ, ਪਹਿਲਾਂ ਤਾਂ ਮੈਂ ਇਹ ਕਹੂੰਗਾ ਕਿ ਜਿੰਨੇ ਵੀ ਨੌਜਵਾਨ ਇਕੱਠੇ ਹੋਣਗੇ ਉਹਨਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਦੇਖੋ, ਸ਼ੁਰੂ ਤੋਂ ਜਦੋਂ ਇੱਕ ਸਿਆਣਾ ਬੰਦਾ 10-20 ਮੋਟਰਸਾਈਕਲ ਮੁੰਡੇ ਖੁੰਡਿਆਂ ਦਾ ਦੇਖਦਾ ਤਾਂ ਉਹਦੇ ਮੂੰਹ ਚੋਂ ਨਿਕਲਦਾ ਵੀ ਮੰਡੀਰ ਤੁਰੀ ਫਿਰਦੀ ਹੈ। ਆਪਾਂ ਮੰਡੀਰ ਵਾਲਾ ਟੈਗ ਨਹੀਂ ਲਾਉਣਾ, ਆਪਾਂ ਆਪਣੇ ਤੇ ਇਹ ਟੈਗ ਲਵਾਉਣਾ ਹੈ ਵੀ ਮੁੰਡੇ ਯੰਗ ਹੈ ਤੇ ਭਾਈ ਮੁੰਡੇ ਅਕਲ ਤੋਂ ਕੰਮ ਲੈ ਰਹੇ ਆ, ਸਿਆਣਪ ਤੋਂ ਕੰਮ ਲੈ ਰਹੇ ਆ, ਸ਼ੋਸ਼ਾ ਨਹੀਂ ਕਰ ਰਹੇ, ਕੋਈ ਫੁਕਰੀਬਾਜ਼ੀ ਨਹੀਂ ਕਰ ਰਹੇ, ਸਨੈਪਚੈਟਾਂ ਦੀਆਂ ਸਟੋਰੀਆਂ ਪਾਉਣ ਧਰਨੇ ਤੇ ਨਹੀਂ ਆਏ। ਉਹ ਜਿਹੜਾ ਕੰਮ ਹੈ, ਜਿਹੜਾ ਮਕਸਦ ਹੈ, ਜਿਹੜਾ ਇਹ ਕਿਸਾਨ ਵਿਰੋਧੀ ਬਿੱਲ ਨਹੀਂ, ਇਹ ਲੋਕ ਵਿਰੋਧੀ ਬਿੱਲ ਹੈ। ਜਿਹੜੇ ਮੇਰੇ ਵੀਰ ਭਰਾ ਨੂੰ ਇਹ ਲੱਗ ਰਿਹਾ ਘਰੇ ਬੈਠੇ ਨੂੰ ਵੀ ਇਹ ਕਿਸਾਨਾਂ ਦਾ ਹੀ ਰੌਲਾ ਹੈ ਜੀ, ਉਹ ਆਪ ਦੇਖਣ ਜੀ, ਅਸੀਂ ਕੀ ਕਰੀਏ ਜੀ, ਇਹ ਸਾਰਿਆਂ ਤੇ ਹੀ ਅਸਰ ਪੈਣਾ ਹੈ। ਇਹਦਾ ਜਿਹੜਾ ਐਂਡ ਰਿਜ਼ਲਟ ਹੈ, ਕਿਉਂਕਿ ਅੰਨਦਾਤਾ ਹੈ ਕਿਸਾਨ, ਜਦੋਂ ਅੰਨਦਾਤਾ ਹੀ ਭੁੱਖਾ ਮਰੂਗਾ ਤਾਂ ਇੱਕ ਘਰ ਦੀ ਰੋਟੀ ਤੇ ਅਸਰ ਪੈਣਾ ਹੈ। ਤੁਸੀਂ ਇਸ ਚੀਜ਼ ਦਾ ਖਿਆਲ ਰੱਖਿਓ। ਕੱਲ ਬਹੁਤ ਸੀਰੀਅਸ ਤੇ ਸੈਂਸਿਟਿਵ ਮੁੱਦਾ ਹੈ, ਧਰਨਿਆਂ ਤੇ ਆਪਣੇ ਬਾਪੂਆਂ ਦਾਦਿਆਂ ਦੀਆਂ ਪੱਗਾਂ ਲਈਆਂ ਜਾ ਰਹੀਆਂ ਨੇ, ਆਪਾਂ ਉੱਥੇ ਪਹੁੰਚ ਰਹੇ ਹਾਂ। ਸਰਕਾਰਾਂ ਨੂੰ ਬੇਨਤੀ ਕਰਨ, ਸ਼ਾਂਤਮਈ ਪ੍ਰਦਰਸ਼ਨ ਕਰਨ, ਹੱਲਾ ਗੁੱਲਾ, ਕੋਈ ਹੋਲੀ ਦੀ ਪਾਰਟੀ ਨਹੀਂ, ਕੋਈ ਫਿਲਮ ਦੀ ਪ੍ਰਮੋਸ਼ਨ ਨਹੀਂ ਜੀ। ਬਿਲਕੁਲ, ਇਹ ਆਪਾਂ ਇਹ ਨਹੀਂਗਾ ਕੱਲ ਨੂੰ ਕੋਈ ਆਪਾਂ ਆਪਣੀ ਗਾਣੇ ਦੀ ਪ੍ਰਮੋਸ਼ਨ ਕਰਨ ਚੱਲੇ ਵੀ ਥੱਲੋਂ ਕੂਕਾ ਲੋਕਾਂ ਤੱਕ ਪਹੁੰਚਦਾ, ਕਿਉਂਕਿ ਅਸੀਂ ਵੀ ਆਮ ਜਿਵੇਂ ਸਾਡੇ ਚਾਚੇ ਤਾਏ ਕਰਨਾ, ਅਸੀਂ ਉਹ ਕਰਨ ਆਵਾਂਗੇ। ਹਾਂ, ਤੁਹਾਡੇ ਵਰਗੇ ਹੀ ਅਸੀਂ, ਤੁਸੀਂ ਸਾਨੂੰ ਬਣਾਇਆ, ਤੁਹਾਡੇ ਜਵਾਕਾਂ ਵਰਗੇ ਆ, ਆਪਣਾ ਆਪ ਦੀ ਇੱਕ ਪਰਿਵਾਰ ਆ, ਸਾਰਿਆਂ ਦਾ ਪੰਜਾਬ ਇੱਕ ਪਰਿਵਾਰ ਆ। ਸੋ ਸਾਰੇ ਭਰਾ ਅਸੀਂ ਇਕੱਠੇ ਹੋਏ ਆ, ਇਹ ਫੈਸਲਾ ਲਿਆ, ਤੁਸੀਂ ਸਾਰੇ ਸਾਥ ਦਿਓਗੇ, ਮੈਨੂੰ ਪਤਾ। ਅਨੁਸ਼ਾਸਨ ਬਹੁਤ ਜ਼ਰੂਰੀ ਆ ਮੇਰੇ ਵੀਰੇ। ਕੱਲ ਕੋਈ ਬੰਦਾ ਇਹ ਨਾ ਕਵੇ ਵੀ ਭਾਈ ਇਕੱਠੇ ਹੋਏ ਸੀ, ਜਵਾਕਾਂ ਨੂੰ ਅਕਲ ਨਹੀਂ ਸੀ, ਆਹ ਕੀ ਕਰ ਲਿਆ। ਪੂਰਾ ਅਸੀਂ ਜ਼ੋਰ ਲਾ ਰਹੇ ਹਾਂ, ਹੁਣ ਤੁਹਾਡੇ ਹੱਥ 'ਚ ਆ ਕਿ ਤੁਸੀਂ ਅਨੁਸ਼ਾਸਨ ਕਿਵੇਂ ਡਿਵੈਲਪ ਕਰਦੇ ਹੋ। ਅਸੀਂ 25 ਤਰੀਕ ਨੂੰ ਕੱਲ ਨੂੰ ਸਰਸਾ ਕੈਂਚੀਆਂ ਇਕੱਠੇ ਹੋ ਰਹੇ ਹਾਂ ਸਾਰੇ ਭਰਾ, ਤੇ ਕੋਸ਼ਿਸ਼ ਹੈ ਸਾਡੀ 1-2 ਚੀਜ਼ਾਂ ਅਸੀਂ ਹੋਰ ਕਰਨ ਦੀ ਉੱਥੇ ਟਰਾਈ ਕਰ ਰਹੇ ਹਾਂ, ਉਹ ਅਸੀਂ ਸ਼ਾਮ ਤੱਕ ਰਿਵੀਲ ਕਰ ਦਾਂਗੇ ਜਿਹੜੀਆਂ ਹੋਰ ਚੀਜ਼ਾਂ ਉੱਥੇ ਹੋਣਗੀਆਂ। ਬਾਕੀ ਸਾਰੇ ਭਰਾ ਇਕੱਠੇ ਹੋ ਗਏ, ਸਿੱਧੂ ਬਾਈ ਹੋ ਗਿਆ, ਕੋਰ ਵਾਲਾ ਮਾਨ ਵੀਰ, ਭਾਨਾ ਸਿੱਧੂ, ਸਾਰੇ ਭਰਾ ਪਹੁੰਚੇ ਹੋਏ ਆ, ਸਾਰੇ ਤਾਮੇ ਜਾਮੇ ਫਿੱਟ ਕੀਤੇ ਹੋਏ ਆ, ਸਾਰਾ ਤਾਲ ਮਾਹੌਲ ਬਣਾਇਆ। ਹੁਣ ਕੋਰ ਵਾਲੇ ਮਾਨ ਬਾਈ ਨੂੰ ਫੜਾਉਣਾ ਫੋਨ ਜੀ, ਬਾਈ ਆਪਣੇ ਵੱਲੋਂ ਰਿਕਵੈਸਟ ਕਰੂਗਾ, ਸਾਰੇ ਪਿਆਰ ਕਰਨ ਵਾਲੇ ਸਾਰੇ ਪਹੁੰਚੋ। ਬਾਕੀ ਪਿਆਰ ਭਾਈ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ। ਲਓ ਜੀ ਜੀ ਜੀ, ਸਤਿ ਸ਼੍ਰੀ ਅਕਾਲ ਬਾਈ, ਸਤਿ ਸ਼੍ਰੀ ਅਕਾਲ ਜੀ ਜਿੰਨੇ ਵੀ ਦੇਖ ਰਹੇ ਆ ਮੇਰੇ ਵੀਰ ਭਰਾ ਹਨਾ। ਸੋ ਸਾਰਿਆਂ ਨੂੰ ਇੱਕੋ ਹੀ ਬੇਨਤੀ ਹੈ ਕਿ ਬਾਈ ਥੋੜਾ ਜਿਹਾ ਟਾਈਮ ਨਾਲ ਅਨੁਸ਼ਾਸਨ ਚ ਆਇਓ ਹਨਾ, ਵੀ ਕੱਲ ਨੂੰ ਲਾਂਭਾ ਨਾ ਜੇ ਤੇ ਵੀ ਉਲੜਬਾਜੀ ਵਾਲੀ ਗੱਲ ਬਾਈ ਦੱਸੀਏ ਤੁਹਾਨੂੰ। ਸੋ ਸਾਰੇ ਮੇਰੇ ਵੀਰ ਭਰਾ ਜਿੰਨੇ ਵੀ ਆ ਦੂਰ ਨੇੜੇ ਦੇ ਪਿੰਡਾਂ ਵਾਲੇ ਜ਼ਰੂਰ ਪਹੁੰਚਿਓ ਹਨਾ। ਤੇ ਮਾਨਸਾ ਕੈਂਚੀਆਂ ਤੇ ਬਾਈ ਰਮਦੱਤੇ ਵਾਲੀਆਂ ਕੈਂਚੀਆਂ ਵੀ ਕਿਹਾ ਜਾਂਦਾ ਇਹਨੂੰ। 3-4 ਨਾਮ ਨੇ ਇਸ ਜਗ੍ਹਾ ਦੇ ਉੱਤੇ, ਸਰਸਾ ਕੈਂਚੀ ਭਾਈ ਜੀ ਦੀ ਸਰਸਾ ਕੈਂਚੀ ਵਿੱਚ ਹੈ ਜੀ, ਜਵਾਰ ਕੇ ਕੈਂਚੀ ਵੀ ਦੇ। ਤੇ ਸਾਡੇ ਨਾਲ ਹੋਰ ਵੀ ਸਾਡੇ ਭਰਾ ਆ ਰਹੇ, ਬਾਈ ਕਲਪਤਰ ਬਿੱਲਾ ਵੀ ਦਾ, ਬਾਈ ਦਾ ਵੀ ਫੋਨ ਆਇਆ ਸੀ ਕੱਲ।
ਉਹ ਕਹਿੰਦੇ ਅਸੀਂ ਆਉਣਾ। ਚਲੋ ਜਿਹਦੀ ਜਿਹੜਾ ਬੰਦਾ ਰਿਸਪੌਂਸਿਬਿਲਟੀ ਸਮਝਦਾ ਜੀ, ਹਾਂ। ਕੋਈ ਵੀ ਚਾਹੇ ਕਿਸੇ ਵੀ ਪ੍ਰੋਫੈਸ਼ਨ ਦੇ ਨੇੜੇ ਹੈ, ਕਿਵੇਂ ਵੀ ਹੈ, ਅਸੀਂ ਸਾਰਿਆਂ ਦਾ ਵੈਲਕਮ ਕਰਦੇ ਹਾਂ। ਹਾਂਜੀ ਹਾਂਜੀ ਠੀਕ ਹੈ ਨਾ ਜੀ, ਸਾਡਾ ਕਿਸੇ ਨਾਲ ਕੋਈ ਬਿਲਕੁਲ ਦੋਵੇਂ ਹੱਥੀ ਯਾਨੀ ਕਿ ਅਸੀਂ ਹੱਥ ਜੋੜ ਕੇ ਵੈਲਕਮ ਕਰਦੇ ਹਾਂ ਸਾਰਿਆਂ ਦੇ, ਜਿਹੜੇ ਵੀ ਬੰਦੇ ਇਸ ਚੀਜ਼ ਦਾ ਹਿੱਸਾ ਬਣ ਰਹੇ ਆ। ਅਸੀਂ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਬਸ ਸਾਡੀ ਯਾਨੀ ਕਿ ਸਾਰੇ ਭਰਾਵਾਂ ਦੀ, ਹੁਣ ਬਾਈ ਕੋਰ ਵਾਲੇ, ਹੁਣ ਸਾਰੇ ਜਿੰਨੇ ਵੀ ਬੰਦੇ ਸੀਗੇ ਆਪਣੇ ਭਰਾ ਆਏ ਬੈਠੇ ਸੀਗੇ, ਅਸੀਂ ਇਹ ਡਿਸਕਸ ਕਰਦੇ ਹਾਂ ਬਸ ਵੀ ਸਾਡੀ ਪ੍ਰੋਬਲਮ ਨਾ ਬਣਾਇਓ, ਸਾਨੂੰ ਹੌਸਲਾ ਅਫਜ਼ਾਈ ਕਰਿਓ। ਠੀਕ ਹੈ ਨਾ, ਉੱਥੇ ਸਾਰੇ ਜਣੇ ਜਿੰਨੇ ਵੀ ਭਰਾ ਆਉਣਗੇ ਅਨੁਸ਼ਾਸਨ ਨਾਲ ਭੰਗ ਕਰਿਓ। ਠੀਕ ਹੈ, ਕੱਲ ਨੂੰ ਟਾਈਮਿੰਗ ਆਪਣੀ ਬੇਸ਼ੱਕ 12 ਤੋਂ 3 ਵਜੇ ਦੀ ਹੈ, ਪਰ ਟਾਈਮ ਨਾਲ ਤੁਸੀਂ ਆਇਓ। ਠੀਕ ਹੈ ਨਾ, ਕਿਉਂਕਿ ਕੱਲ ਨੂੰ ਸਾਰਾ ਪੰਜਾਬ ਬੰਦ ਆ ਬਈ। ਜੇ ਤੁਸੀਂ ਲੇਟ ਤੁਰੋਗੇ ਤਾਂ ਹੋ ਸਕਦਾ ਤੁਸੀਂ ਘਰੇ ਰਾਹਾਂ 'ਚ ਹੀ ਰਹਿ ਜਾਓਗੇ, ਹਨਾ। ਸੋ ਟਾਈਮ ਨਾਲ ਤੁਰਿਓ ਵੀਰੇ। ਠੀਕ ਹੈ, ਆਪਦੇ ਹਿਸਾਬ ਕਿਤਾਬ ਨਾਲ ਵੀ ਕਿੱਧਰ ਦੀ ਤੁਸੀਂ ਆਉਣਾ, ਕਿੱਧਰ ਦੀ ਨਹੀਂ ਆਉਣਾ, ਹਨਾ, ਉਹ ਹਿਸਾਬ ਕਿਤਾਬ ਤੁਸੀਂ ਆਪ ਦੇਖਣਾ। ਠੀਕ ਹੈ ਨਾ ਮੇਰਾ ਭਰਾ। ਤੇ ਬਾਕੀ ਅਸੀਂ 12 ਵਜੇ ਦਾ ਪ੍ਰੋਗਰਾਮ ਆਪਣਾ, ਹਨਾ। ਅਸੀਂ ਯਾਨੀ ਉਹਦਾ 12 ਤੋਂ 3 ਦੀ ਆਪਣੇ ਕੋਲੇ ਪਰਮਿਸ਼ਨ ਹੈ ਵੀ, ਪਰ ਅਸੀਂ ਪਹਿਲੀ ਸਾਰੇ ਜਣੇ ਇਕੱਠੇ ਹੋਣਾ ਸ਼ੁਰੂ ਹੋ ਜਾਾਂਗੇ। 10 ਵਜੇ ਨੂੰ ਅਸੀਂ ਪਹੁੰਚ ਜਾਾਂਗੇ ਜੀ ਉੱਥੇ। ਠੀਕ ਹੈ ਨਾ, ਬਿਲਕੁਲ। ਤੇ ਰਾਹਾਂ 'ਚ ਨਾ ਰਹਿ ਜਾਓ ਮੇਰਾ ਭਰਾ, ਟਾਈਮ ਸਿਰ ਤੁਰ ਪਿਓ ਸਾਰੇ ਅਸੀਂ ਟਾਈਮ ਸਿਰ, ਕਿਉਂਕਿ ਬਾਕੀ ਸਾਰੇ ਤਾਂ ਪਹੁੰਚੇ ਹੋਏ ਨੇ। ਆਪਣੇ ਵੀਰ ਭਰਾਵਾਂ ਚੋਂ ਕੱਲਾ ਮੈਂ ਰਹਿਣਾ, ਮੈਂ ਵੀ ਉੱਥੇ ਅਰਲੀ ਸਵੇਰੇ ਪਹੁੰਚੂਗਾ, ਕਿਉਂਕਿ ਜੇ ਮੈਂ 2 ਘੰਟੇ ਵੀ ਇੱਧਰ ਉੱਧਰ ਹੋ ਗਈ ਗੇਮ ਤਾਂ ਜਾਮ 'ਚ ਹੀ ਫਸ ਜਾਣਾ ਸਾਰਾ ਕੁਝ, ਕਿਉਂਕਿ ਬੰਦ ਆ, ਧਰਨੇ ਲੱਗ ਰਹੇ ਨੇ ਸਾਰੇ ਪੰਜਾਬ 'ਚ। ਸਾਰਿਆਂ ਨੂੰ ਰਿਕੁਐਸਟ ਆ ਕਿ ਟਾਈਮ ਸਿਰ ਘਰੋਂ ਸਰਜਰੇ ਉੱਠ ਕੇ ਸਵੇਰੇ ਜਲਦੀ ਇੱਧਰ ਨੂੰ ਗੱਡੀਆਂ ਖਿੱਚੋ, ਸਾਰੇ ਆਓ। ਤੁਹਾਡੇ ਸਾਥ ਦੀ ਲੋੜ ਹੈ, ਤੁਹਾਡੀ ਸਪੋਰਟ ਦੀ ਲੋੜ ਹੈ। ਕੋਈ ਸਾਡੇ ਹੋਰ ਭਰਾ ਨੇ ਜਿਹੜੇ ਕੁਝ ਲਿਰਿਸਿਸਟ ਵੀਰ ਨੇ, ਕੁਝ ਯਾਨੀ ਕਿ ਸਾਡੇ ਜਿਹੜੇ ਲਿਖਾਰੀ ਵਰਗ ਚੋਂ ਆ ਗਏ, ਡਿਫਰੈਂਟ ਪ੍ਰੋਫੈਸ਼ਨਾਂ ਚੋਂ ਬੰਦੇ ਆ ਰਹੇ ਨੇ। ਕਈ ਬੰਦੇ ਪਾਰਟੀਬਾਜ਼ੀ ਤੋਂ ਉੱਠ ਕੇ ਸਾਡੇ ਨਾਲ ਜੁਆਇਨ ਹੋਏ ਨੇ। ਠੀਕ ਹੈ ਨਾ, ਕੱਲ ਨੂੰ ਕਿਹੜੇ ਆਪਣੇ ਬੁਲਾਰੇ, ਸ਼ੇਰੋਂ ਵਾਲਾ ਮੱਟ ਆ ਰਿਹਾ ਬਾਈ, ਨਵਜੋਤ ਕੌਰ ਲੰਬੀ ਆ ਰਹੇ ਨੇ, ਹਨਾ। ਜਿਹੜੇ ਚੰਗੇ ਜਿਹੜੇ ਬੰਦੇ ਇਸ ਚੀਜ਼ ਨੂੰ ਚੰਗਾ ਸਮਝਦੇ, ਯਾਨੀ ਕਿ ਸਾਡਾ ਸਾਰਾ ਧਰਮ ਨਾ, ਜਾਂ ਕਹਿੰਦੇ ਆਪਾਂ ਵੀ ਆਪਾਂ ਨਾਰਾ ਦਿੱਤਾ ਨੌਜਵਾਨ ਕਿਸਾਨ ਏਕਤਾ, ਹਨਾ, ਉਹ ਇੱਕ ਰੀਜ਼ਨ ਕਰਕੇ ਦਿੱਤਾ, ਕਿਉਂਕਿ ਜਿੰਨੇ ਵੀ ਕੱਲ ਨੂੰ ਜਿੰਨੇ ਵੀ ਇੱਥੇ ਪਹੁੰਚਣਗੇ ਉਹ ਸਾਰੇ ਨੌਜਵਾਨ ਹੋਣਗੇ। ਅੱਜ ਮੈਂ ਹੁਣੀ ਇੱਕ ਵੀਡੀਓ ਦੇਖ ਕੇ ਹਟਿਆ, 7 ਸਾਲਾਂ ਦਾ ਜਵਾਕ ਬਾਈ ਧਰਨੇ ਤੇ ਪਹੁੰਚਿਆ ਹੋਇਆ ਝੰਡੇ ਲੈ ਕੇ। ਕਿਆ ਬਾਤ। ਪੱਤਰਕਾਰ ਪੁੱਛ ਰਿਹਾ, ਕਹਿੰਦੇ ਬਾਈ ਤੂੰ ਕਿਉਂ ਜਾ ਰਿਹਾ? ਕਹਿੰਦਾ ਜੀ ਮੇਰੇ ਕੋਲ 2 ਕਿੱਲੇ ਜ਼ਮੀਨ ਦੇ ਆ, ਮੈਨੂੰ ਪਤਾ ਉਹ ਵੀ ਖੋ ਲੈਣਗੇ, ਕਹਿੰਦਾ ਮੈਂ ਤਾਂ ਆਇਆ, ਹਨਾ। ਤੇ ਜੇ ਬੱਚੇ ਆਪਣੀ ਜ਼ਿੰਮੇਵਾਰੀ ਸਮਝ ਰਹੇ ਨੇ ਤਾਂ ਆਪਾਂ ਨੂੰ ਵੀ ਸਮਝਣੀ ਚਾਹੀਦੀ ਹੈ ਮੇਰਾ ਵੀ। ਬਿਲਕੁਲ ਡਿਸਪਲਿਨ ਰੱਖਿਓ ਮੇਰਾ ਭਰਾ। ਹਾਂਜੀ ਤੇ ਸਾਰੇ ਵੀਰਾਂ ਨੂੰ ਬਾਈ ਹੱਥ ਜੋੜ ਕੇ ਬੇਨਤੀ ਕਿ ਟਾਈਮ ਨਾਲ ਆਇਓ, ਹਨਾ। ਸੋ ਬਾਕੀ ਵੀ ਤੁਹਾਨੂੰ ਭਾਨਾ ਨਾਲ ਕਰਵਾਉਣੇ ਗੱਲ, ਬਾਕੀ ਤੁਹਾਨੂੰ ਜਿੰਨੀ ਮਾੜੀ ਮੋਟੀ ਸਾਡੇ ਤੋਂ ਇਨਫੋਰਮੇਸ਼ਨ ਰਹਿ ਜਾਂਦੀ ਹੈ, ਕਿਉਂ ਮਰਤ ਬਾਈ? ਬਰੀਕੀਆਂ ਚ ਭਾਨੇ ਕੋਲੇ ਆਪਾਂ ਬਰੀਕੀਆਂ ਚ ਲੈਨੇ ਆ ਜੀ। ਭਾਨਾ ਜੀ ਨੂੰ ਹਾਜ਼ਰ ਕੀਤਾ ਜਾਵੇ। ਸਤਿ ਸ਼੍ਰੀ ਅਕਾਲ ਬਾਈ ਜੀ, ਸਾਰਿਆਂ ਨੂੰ ਲਾਈਵ ਦੇਖ ਰਹੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਤੇ ਮੈਂ ਸਾਰੇ ਨੌਜਵਾਨਾਂ ਨੂੰ ਬੇਨਤੀ ਹੀ ਕਰਦਾ, ਕੱਲ ਨੂੰ ਮਾਨ ਸਾਹਿਬ ਤੋਂ ਗੂੰਜ ਦਿੱਲੀ ਤੱਕ ਪੈਣੀ ਹੈ। ਮਾਨ ਸਾਹਿਬ ਤੋਂ ਦਿੱਲੀ ਤੱਕ ਹੱਲਣਾ, ਕੱਲ ਨੂੰ ਪਤਾ ਲੱਗਣਾ ਵੀ ਨੌਜਵਾਨ ਸਾਰੇ ਪੰਜਾਬ ਦੇ ਇੱਕੋ ਹੀ ਮਸਲੇ ਨੂੰ ਲੈ ਕੇ, ਜਿਹੜਾ ਬਿੱਲ ਆਏ ਨੇ ਉਹਨਾਂ ਨੂੰ ਮਸਲੇ ਨੂੰ ਲੈ ਕੇ ਲੜ ਰਹੇ ਨੇਗੇ। ਸਾਰੇ ਕਲਾਕਾਰ ਤੇ ਕਲਾਕਾਰਾਂ, ਮੈਂ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਕਿਉਂਕਿ ਯੂਥ ਕਲਾਕਾਰਾਂ ਨਾਲ ਆਪਣੇ ਨਾਲ ਬਹੁਤ ਜ਼ਿਆਦਾ ਜੁੜਿਆ ਹੋਇਆ। ਜਦੋਂ ਕਲਾਕਾਰ ਇਹ ਚੀਜ਼ ਚ ਅੱਗੇ ਤਾਂ ਯੂਥ ਆਟੋਮੈਟਿਕਲੀ ਅੱਗੇ ਆ ਜਾਊਗਾ। ਤੇ ਸਾਰਿਆਂ ਨੂੰ ਬੇਨਤੀ ਬਸ ਇਹੀ ਆ, ਮਾਨ ਸਾਹਿਬ ਇੱਕ ਤਾਂ ਅਨੁਸ਼ਾਸਨ, ਤੇ ਮਾਨ ਸਾਹਿਬ ਦੂਜੀ ਬੇਨਤੀ ਬਾਈ ਜੀ ਇਹ ਹੈ ਕਿ 10 ਵਜੇ ਨੂੰ ਪਹੁੰਚੋ, ਕਿਉਂਕਿ 7 ਵਜੇ ਦਾ 7-8 ਵਜੇ ਨੂੰ ਸਾਡੀਆਂ ਯੂਨੀਅਨਾਂ ਬੰਦ ਕਰ ਰਹੀਆਂ ਨੇਗੀਆਂ, ਸਾਰੇ ਰੋਡ ਬੰਦ ਕਰ ਰਹੀਆਂ ਨੇਗੀਆਂ। ਮੈਂ ਖਾਸ ਕਰਕੇ ਮੈਂ ਯੂਨੀਅਨ ਦੇ ਸਾਡਿਆਂ ਨੂੰ ਵੀ ਅਸੀਂ ਬੇਨਤੀ ਕਰੀ ਆ ਵੀ ਇਹ ਸਾਡਾ ਨੌਜਵਾਨਾਂ ਦਾ ਇੱਕ ਇਕੱਠ ਹੈ, ਵੀ ਨੌਜਵਾਨਾਂ ਨੂੰ ਵੱਧ ਤੋਂ ਵੱਧ ਇਸ ਧਰਨੇ ਦੇ ਵਿੱਚ ਸ਼ਾਮਲ ਹੋਣ ਦਿਓ। ਤੇ ਬਾਕੀ ਤੁਸੀਂ ਰਿਕਵੈਸਟ ਕਰ ਲਿਓ ਸਾਰੇ ਨੌਜਵਾਨਾਂ ਨੂੰ, ਮੇਰੀ ਬੇਨਤੀ ਤੁਸੀਂ ਦੱਸ ਦਿਓ ਵੀ ਅਸੀਂ ਸਾਰੇ ਮਾਨਸਾ ਇੱਕੋ ਹੀ ਪਰਪਸ, ਇੱਕੋ ਹੀ ਮਕਸਦ, ਇੱਕੋ ਹੀ ਲੜਾਈ ਦੇ ਲਈ ਪਹੁੰਚ ਰਹੇ ਹਾਂ, ਜਿਹੜੀ ਕਿ ਕਿਸਾਨ ਵਿਰੋਧੀ ਆਪਣੀ ਬਿੱਲ ਆ ਉਹਦੇ ਲਈ ਪਹੁੰਚ ਰਹੇ ਹਾਂ। ਤੇ ਬਾਕੀ ਬਾਈ ਜੀ ਤੁਸੀਂ ਸਿਆਣੇ ਹੋ, ਬਾਕੀ ਸਾਰੇ ਆਪੋ ਆਪਣੇ ਜਿਹੜੇ ਪਿੰਡਾਂ ਨੂੰ ਨੇੜੇ ਤੇੜਿਆਂ ਤੋਂ ਆਉਣਗੇ, ਜਿਵੇਂ ਹੁਣ ਇੱਧਰ ਜੋਗਾ ਰੱਲਾ ਅਗਲੀਆ ਹੋ ਗਿਆ, ਉਧਰੋਂ ਸਰੂਗੜ ਵਾਲੀ ਸਾਈਡ ਹੋ ਗਈ, ਹਨਾ, ਪਰਲੇ ਪਾਸਿਓਂ ਬੁਲਾਡੇ ਵਾਲੀ ਹੋ ਗਈ, ਇੱਧਰੋਂ ਤਲਵੰਡੀ ਵਾਲੀ ਹੋ ਗਈ। ਜਿਹੜੇ ਤਲਵੰਡੀ ਵਾਲੇ ਨੇ, ਜਿਵੇਂ ਹੁਣ ਸਾਡੇ ਪਿੰਡਾਂ ਦੇ ਪਿੰਡ ਹੈ ਮਾਖਾ, ਗਾਗੋਵਾਲ, ਅੰਤਾਲੀ, ਅਗਲੀਆ, ਤਲਵੰਡੀ, ਇਹ ਬੇਸ਼ੱਕ ਤੁਸੀਂ ਸਾਡੇ ਪਿੰਡ ਹੀ ਆ ਜੋ, ਕੋਈ ਦਿੱਕਤ ਨਹੀਂ, ਇੱਥੋਂ ਤੁਰ ਪਾਂਗੇ ਆਪਾਂ। ਠੀਕ ਹੈ ਨਾ, ਬਾਕੀ ਜਿੰਨੇ ਵੀ ਮੇਰੇ ਵੀਰ ਭਰਾ ਨੇ ਜਿੱਦਾਂ ਨੂੰ ਬਿੰਗਵਾਲ ਪੈ ਰਿਹਾ ਤਾਂ ਸਿੱਧਾ ਉੱਥੇ ਪਹੁੰਚਣਾ ਤੁਸੀਂ। ਇਹ ਨਹੀਂ ਸੋਚਣਾ ਵੀ ਬਾਈ ਸਿੱਧੂ ਇੱਧਰੋਂ ਆਊ ਜਾਂ ਉੱਧਰੋਂ ਆਊਗਾ, ਹਨਾ, ਜਾਂ ਮੈਂ ਇੱਧਰੋਂ ਜਾਂ ਬਾਈ ਕੋਈ ਵੀ, ਹਨਾ। ਤੁਸੀਂ ਯਾਰ ਸਾਰਿਆਂ ਧਰਨਾ ਆਪਾਂ ਇੱਕੋ ਜਿਹੇ ਆ। ਠੀਕ ਹੈ ਨਾ, ਆਪਾਂ ਕੋਈ ਪ੍ਰਦਰਸ਼ਨ ਦਿਖਾਉਣਾ ਵੀ ਸਾਡੇ ਮਗਰ ਇੰਨਾ ਬੰਦਾ ਜਾਂ ਉਹਨਾਂ ਬੰਦਾ, ਆਪਾਂ ਫੀਲਿੰਗ ਵਾਲੇ ਬੰਦੇ ਹੀ ਨਹੀਂ ਹੈਗੇ, ਹਨਾ। ਜਿਹਨੇ ਜਿੱਥੇ ਤੁਹਾਨੂੰ ਤੁਸੀਂ ਬਸ ਸਿੱਧਾ ਆਪਣੀ ਜਗ੍ਹਾ ਤੇ ਪਹੁੰਚੋ, ਕੋਈ ਇਹ ਦਿੱਕਤ ਨਹੀਂ। ਬਸ ਆਪਾਂ ਨੂੰ ਇਹ ਹੈ ਵੀ ਟਾਈਮ ਤੇ ਜੇ ਆਪਾਂ ਉੱਥੇ ਇਕੱਠੇ ਹੋਵਾਂਗੇ ਤਾਂ ਟਾਈਮ ਤੇ ਸਮਾਗਮ ਸ਼ੁਰੂ ਕਰ ਦਿੰਦੇ, ਹਨਾ। ਕੱਲ ਨੂੰ ਤੁਹਾਨੂੰ ਉੱਥੇ ਕੋਈ ਮਨੁੱਖ ਤੇ ਆਰਟਿਸਟ ਜਾਂ ਸਿੰਗਰ ਨੂੰ ਦੇਖਣਾ, ਸਿਰਫ ਔਰ ਸਿਰਫ ਇਹ ਤੁਸੀਂ ਸਾਰੇ ਇੱਕੋ ਜਿਹੇ ਸਾਰੇ ਇਕੱਠੇ ਥੱਲੇ ਬੈਠਾਂਗੇ ਬਾਈ। ਕੁਝ ਚੀਜ਼ਾਂ ਨੂੰ ਲੈ ਕੇ ਨਾ ਅਸੀਂ ਵੀ ਪ੍ਰਬੰਧ ਵੀ ਇਸ ਤਰ੍ਹਾਂ ਰੱਖੇ ਵੀ ਅਸੀਂ ਆਮ ਦਿਖੀਏ, ਵੀ ਅਸੀਂ ਆਮ ਬੰਦੇ ਆ ਸਾਰੇ। ਪਹਿਲਾਂ ਵੀ ਬੋਲੀ ਜਾਂਦੇ ਵੀ ਕਲਾਕਾਰ ਮਗਰੋਂ ਪਹਿਲਾਂ ਕਿਸਾਨ
ਸੋ ਕੱਲ ਨੂੰ ਤੁਹਾਡੇ ਨਾਲ ਅਸੀਂ ਕੰਮ ਕਰਾਂਗੇ। ਸਾਰੇ ਜਿਨ੍ਹਾਂ ਕੋਲੇ ਆਪੋ ਆਪਣੇ ਸਾਧਨ ਨੇ, ਕਿਸੇ ਕੋਲ ਗੱਡੀ ਹੈ, ਜਿਹੜਾ ਦੂਰ ਵਾਲਾ ਗੱਡੀ ਤੇ ਆ ਜਾਓ, ਬਾਕੀ ਨੇੜੇ ਲਾਗੇ ਪਿੰਡਾਂ ਵਾਲੇ ਟਰੈਕਟਰ ਟਰਾਲੀਆਂ ਆਪਣੇ ਲੈ ਕੇ ਆਓ। ਤੁਹਾਡੇ ਉਹਨਾਂ ਟਰੈਕਟਰਾਂ ਦੇ ਕਾਬਲੇ ਤੇ ਅਸੀਂ ਆਪ ਤੁਰਾਂਗੇ ਆਪਣੇ ਟਰੈਕਟਰ। ਬਾਕੀ ਆਪਣੇ ਤੁਹਾਨੂੰ ਮੈਂ ਕਿਹਾ ਸੀਗਾ ਜਿਹੜੇ ਵੱਖ-ਵੱਖ ਪਿੰਡਾਂ ਤੋਂ ਆਉਂਗੇ ਬਾਈ, ਜੇ ਤੁਸੀਂ ਮੂਸੇ ਤੋਂ ਆਉਂਦੇ ਹੋ ਤਾਂ ਮੂਸੇ ਦਾ ਬੋਰਡ ਲਾ ਕੇ ਆਇਓ ਮੂਹਰੇ, ਜੇ ਘੁੰਮਣ ਤੋਂ ਆਉਂਦੇ ਹੋ ਘੁੰਮਣ ਦਾ, ਜੇ ਤੱਕ ਅੱਗੇ ਤਲਵੰਡੀ ਦਾ, ਯਾਨੀ ਕਿ ਆਪੋ ਆਪਣੇ ਪਿੰਡਾਂ ਦੇ ਮੂਹਰੇ ਬੈਨਰ ਲਾ ਲਓ। ਤੁਹਾਨੂੰ ਘੱਟੋ ਘੱਟ ਇਹਦਾ ਪਤਾ ਲੱਗੇ ਵੀ ਸਾਡੇ ਕਿੰਨੇ ਕੁ ਬੰਦੇ ਨੇ ਜਿਹੜੇ ਸਾਡੀ ਮੰਨਦੇ ਨੇ, ਸਾਨੂੰ ਇਹ ਪਤਾ ਲੱਗੇ ਹੈ ਨਾ। ਠੀਕ ਹੈ, ਬਾਕੀ ਇਹ ਯਾਨੀ ਕਿ ਨੌਜਵਾਨ ਕਿਸਾਨ ਏਕਤਾ ਵਿੰਗ ਬਣਨ ਦਾ ਮੇਨ ਮੁੱਦਾ ਇਹ ਹੈ ਵੀ ਇਹ ਨੌਜਵਾਨਾਂ ਵਾਸਤੇ ਹੈ। ਠੀਕ ਹੈ, ਜਿੰਨੇ ਵੀ ਨੌਜਵਾਨ ਨੇ ਹਨਾ, ਜਿਨ੍ਹਾਂ ਨੂੰ ਹੁਣ ਤੱਕ ਇਹੀ ਨਕਾਰਿਆ ਗਿਆ ਸੀਗਾ, ਕਿਉਂਕਿ ਹੁਣ ਆਪੋ ਆਪਣੇ ਲੈਵਲ ਤੇ ਸਾਰਾ ਕੁਝ ਸਾਰੇ ਕਰੀ ਜਾਂਦੇ ਨੇ ਹਨਾ, ਪਰ ਕਿਤੇ ਨਾ ਕਿਤੇ ਇਹ ਚੀਜ਼ ਦਾ ਮੁੱਦਾ ਜ਼ਰੂਰ ਹੁੰਦਾ ਵੀ ਯਾਰ ਇਹ ਨਵੇਂ ਜਿਹੇ ਮੰਡੀਰ, ਅਸੀਂ ਮੰਡੀਰ ਨਹੀਂ ਹੈਗੇ। ਮੇਨ ਮੁੱਦਾ ਸਾਡੀ ਗੱਲ ਇਹ ਹੈ ਵੀ ਕੋਈ ਸਾਨੂੰ ਇਹ ਅੱਧੀਆਂ ਚੀਜ਼ਾਂ ਦੇ ਵਿੱਚ ਸਾਨੂੰ ਇਸ ਚੀਜ਼ ਕਰਕੇ ਦੂਰ ਕੀਤਾ ਜਾਂਦਾ ਵੀ ਇਹ ਮੰਡੀਰ ਹੈ। ਅੱਜ ਤੱਕ ਸਭ ਤੋਂ ਵੱਧ ਜਿਹੜੇ ਤਖਤ ਤੇ ਪਲਟੇ ਨੇ ਨੌਜਵਾਨਾਂ ਨੇ ਪਲਟੇ ਨੇ। ਤੁਹਾਨੂੰ ਸਭ ਨੂੰ ਪਤਾ ਹੈ ਵੀ ਜਿਹੜੇ ਸਭ ਤੋਂ ਵੱਧ ਕੋਈ ਵੀ ਤਖਤ ਆ ਕਿਸੇ ਵੀ ਤਰ੍ਹਾਂ ਦੀ ਕ੍ਰਾਂਤੀ ਲਿਆਉਣਾ ਤਾਂ ਨੌਜਵਾਨ ਹੀ ਲਿਆਉਂਦਾ। ਜਦੋਂ ਪੰਜਾਬ ਦਾ ਨੌਜਵਾਨ ਉੱਠ ਕੇ ਤੁਰ ਪਿਆ ਤਾਂ ਸਮਝ ਲਓ ਦਿੱਲੀ ਖਾਲੀ ਸੀ। ਪਹਿਲਾਂ ਵੀ ਅੰਗਰੇਜ਼ਾਂ ਨੂੰ ਪੰਜਾਬ ਦੇ ਨੌਜਵਾਨਾਂ ਨੇ ਬਾਹਰ ਭਜਾਇਆ ਭਾਰਤ ਚੋਂ। ਬਾਕੀ ਪਿਆਰ ਕਰਨਾ ਇਹ ਵੀ ਤੁਹਾਡੇ ਹੱਥ ਦੀ ਮੰਡੀ ਰਾਤ ਹੈ ਕਿ ਨਹੀਂ, ਆਪਾਂ ਨੇ ਲਗਾਉਣਾ, ਸਾਰਿਆਂ ਨੇ ਸਾਥ ਦੇਣਾ ਪਿਆਰ ਨਾਲ। ਸਾਰੇ ਜਾਣੇ ਯਾਰ ਪ੍ਰੋਗਰਾਮ ਚਾਹੇ 10 ਵਜੇ, ਅਸੀਂ 10 ਵਜੇ ਆਉਣਾ, ਪਰ ਜਿਹੜੇ ਬੰਦੇ ਵੀ ਉੱਥੇ ਤੁਸੀਂ ਪਹੁੰਚੀ ਆਉਂਗੇ ਆਰਾਮ ਨਾਲ ਸ਼ਾਂਤੀ ਨਾਲ ਬੈਠ ਜਿਓ। ਠੀਕ ਹੈ ਨਾ, ਕੋਈ ਆਪਾਂ ਯਾਰ ਤੋਰਾ ਫੇਰਾ ਕਰਦੇ ਆ, ਆਪਾਂ ਪਿਕਨਿਕਾਂ ਬਹੁਤ ਮਨਾ ਲਈਆਂ, ਘੁੰਮਣ ਨੂੰ ਚੰਡੀਗੜ੍ਹ ਬਹੁਤ ਆ, ਪਰ ਆਪਾਂ ਮਾਨਸਾ ਕੇ ਘੁੰਮਣ ਘੁਮਾਉਣ ਵਾਲਾ ਕੰਮ ਨਹੀਂ ਕਰਨਾ। ਮਾਨਸਾ ਆਪਾਂ ਇੱਕ ਹੱਕ ਲਈ ਆਏ ਆ, ਠੀਕ ਹੈ, ਆਪਣੇ ਇੱਕ ਪ੍ਰੋਟੈਸਟ ਲਈ ਆਏ ਆ, ਤੇ ਉਹ ਆਪਾਂ ਸ਼ਾਂਤੀ ਪੂਰਵਕ ਉੱਥੇ ਬਹੁਤ ਹੀ ਚੰਗੀਆਂ ਗੱਲਾਂ ਸਿੱਖਣ ਨੂੰ ਮਿਲਣਗੀਆਂ। ਠੀਕ ਹੈ, ਬਹੁਤ ਹੀ ਵਧੀਆ ਬੁਲਾਰੇ ਆ ਰਹੇ ਨੇ। ਠੀਕ ਹੈ, ਸਾਰਿਆਂ ਦੀ ਗੱਲ ਸੁਣਨੀ ਹੈ। ਆਪਣਾ ਸਿਰਫ ਇੱਕ ਮਕਸਦ ਹੈ, ਆਪਾਂ ਇੱਕ ਯਾਨੀ ਕਿ ਪੰਜਾਬ ਦਾ ਯੂਥ ਹਾਂ। ਠੀਕ ਹੈ, ਅਸੀਂ ਵੀ ਯੂਥ ਹਾਂ, ਅਸੀਂ ਇਹ ਚਾਹੁੰਦੇ ਵੀ ਸਾਡਾ ਮੈਸੇਜ ਦਿੱਲੀ ਤੱਕ ਜਾਵੇ। ਠੀਕ ਹੈ, ਬਸ ਆਪਾਂ ਉਹ ਤਰੀਕੇ ਨਾਲ ਪਹੁੰਚਾਉਣਾ। ਆਪਾਂ ਹੁੱਲੜਬਾਜ਼ੀ ਨਹੀਂ ਕਰਨੀ, ਬਦਮੁਖ ਦੀ ਗੱਲ ਹੈ, ਮੰਡੀਰ ਨਹੀਂ ਕਹਾਉਣਾ ਕਿਸੇ ਦਾ। ਠੀਕ ਹੈ ਨਾ, ਜਿੰਨੇ ਵੀ ਬੈਠੇ ਆ ਇੱਥੇ ਸਾਰੇ ਮੱਧ ਵਰਗੀ ਪਰਿਵਾਰ ਦੇ, ਕੋਈ ਲੈਂਡ ਲੋਡ ਨਹੀਂ ਹੈਗਾ, ਸਾਰੇ ਆਪਦੇ ਹੱਕ ਲਈ ਬੈਠੇ ਆ, ਹੱਕਾਂ ਲਈ ਲੜ ਰਹੇ ਆ। ਜੇ ਆਪਣੇ ਕੋਲੋਂ ਜ਼ਮੀਨ ਬਾਕੀ ਤਾਂ ਆਪਣਾ ਸਾਰਾ ਕੁਝ ਹੀ ਚੱਲ ਜਾਣਾ। ਮੇਰਾ ਵੀਰ ਬਾਕੀ ਸਾਰੀਆਂ ਗੱਲਾਂ ਬਾਈ ਉਹਨਾਂ ਨੇ ਦੱਸਤੀਆਂ। ਸਾਰੇ ਜਾਣੇ ਪਹੁੰਚਿਓ, ਜਿੰਨੇ ਜਾਣੇ ਪਹੁੰਚ ਸਕਦੇ ਹੋ ਵੱਧ ਤੋਂ ਵੱਧ ਪਹੁੰਚਿਓ। ਪਤਾ ਲੱਗ ਜੇ ਸਰਕਾਰਾਂ ਨੂੰ, ਮੌਕੇ ਦੀਆਂ ਨੂੰ, ਵੀ ਨੌਜਵਾਨ ਵੀ ਆਪਦੀ ਅਣਖ ਪਿੱਛੇ ਜਾਗ ਜਾਂਦੀ ਹੈ। ਜਦੋਂ ਅਣਖ ਪਿੱਛੇ ਖੜਦੇ ਆ ਨੌਜਵਾਨ, ਕੱਲੀ ਮੰਡੀਰ ਤੇ ਇਹ ਟੈਗ ਨਹੀਂ ਲੱਗਦੇ ਵੀ ਇਹ ਨਸ਼ੇ ਕਰਦੇ ਆ ਜਾਂ ਕੁਝ ਗਲਤ ਕਰਦੇ ਆ। ਜਦੋਂ ਸਾਡੀ ਅਣਖ ਤੇ ਸੱਟ ਲੱਗੀ ਤਾਂ ਅਸੀਂ ਸਾਰਾ ਕੁਝ ਹੀ ਕਰ ਸਕਦੇ ਹਾਂ, ਅਸੀਂ ਤੱਕ ਤੇ ਪਲਟਾ ਸਕਦੇ। ਬਿਲਕੁਲ ਮਾਨ ਸਾਹਿਬ, ਤੁਸੀਂ ਲਾਸਟ ਤੇ ਕੀ ਕਹਿਣਾ ਚਾਹੁੰਦੇ ਬਾਈ? ਬਸ ਕੋਈ ਦੱਸਣਾ ਚਾਹੁੰਦੇ ਹੁਣ ਤੁਸੀਂ ਦੱਸ ਦਿਓ, ਫਿਰ ਆਪਾਂ ਖਤਮ ਕਰਦੇ ਹਾਂ। ਮੈਂ ਤਾਂ ਬਸ ਸਿਰਫ ਇੱਕ ਗੱਲ ਕਹੂੰਗਾ ਵੀ ਕਈ ਵਾਰ ਕੀ ਹੁੰਦਾ ਨਾ, ਕਈ ਮੈਂ ਦੇਖਦਾ ਕਿ ਲੇਜ਼ੀ ਹੋ ਜਾਂਦੇ ਆ ਕਿ ਯਾਰ ਕੋਈ ਗੱਲ ਨਹੀਂ, 12 ਵਜੇ ਨੂੰ 12 ਤੋਂ 3 ਇਜਾਜ਼ਤ ਆ, 10 ਵਜੇ ਨੂੰ ਤੁਰਾਂਗੇ, ਪਹੁੰਚ ਜਾਾਂਗੇ। ਜਿਹੜਾ ਮੇਰਾ ਵੀ ਰਾਹ ਖਿਆਲ ਰੱਖੀ ਬੈਠਾ ਹੈ ਉਹ ਤੋਂ ਨਹੀਂ ਪਹੁੰਚਿਆ ਜਾਣਾ। 10 ਵਜੇ ਤੁਰ ਕੇ ਨਹੀਂ ਪਹੁੰਚਿਆ ਜਾਣਾ। ਹਾਂ, ਇਹ ਸਭ ਕੁਝ ਬੰਦ ਹੈ। ਅਰਲੀ 4-5 ਵਜੇ, ਅਰਲੀ ਸਵੇਰੇ 4-5 ਵਜੇ ਤੁਰੋ। ਜਿਹੜੇ ਭਰਾ ਨੇ ਮੈਂ ਵੀ ਦੂਰੋਂ ਆਉਣਾ, ਜਿਹੜੇ ਵੀਰ ਭਰਾ ਨੇ ਦੂਰੋਂ ਆਉਣਾ, ਸਵੇਰੇ 4-5 ਵਜੇ ਨੂੰ ਗੱਡੀ ਖਿੱਚ ਦਿਓ ਮੇਰਾ ਵੀਰ, ਤਾਂ ਜਾ ਕੇ ਕਿਤੇ ਲਾਗੇ ਲੱਗੂਗੀ, ਉੱਥੋਂ ਤੱਕ ਬਾਈ ਮੈਂ ਤੁਹਾਨੂੰ ਕਹਿਣਾ ਮਤਲਬ ਤੁਸੀਂ ਆਪ ਆ ਜਾਓ, ਕਿਤੇ ਤੁਸੀਂ ਜਾ ਕੇ ਬਾਜੂ ਕਰ ਲਓ, ਤੁਸੀਂ ਅੱਜ ਆ ਜਾਓ। ਉਹ ਮੈਂ ਤਾਂ ਅੱਜ ਹੀ ਆ ਜਾ, ਮੈਂ ਤਾਂ ਅੱਜ ਹੀ ਆ ਰਿਹਾ। 10 ਦੀ ਪਹਿਲਾਂ ਮੈਂ ਤਾਂ ਅੱਜ ਹੀ। ਬਾਕੀ ਇਹ ਲੜਾਈ ਕੱਲੀ ਮਾਨਸਾ ਦੇ ਵਿੱਚ ਖਤਮ ਨਹੀਂ ਕਰਦੇ, ਅੱਗੇ ਵੀ ਲੜਾਈ ਲੈ ਕੇ ਜਾਵਾਂਗੇ। ਕਈਆਂ ਨੂੰ ਇਹ ਲੜਾਈ ਅੱਗੇ ਵੀ ਜਾਊਗੀ, ਜਿੱਥੇ ਤੱਕ ਜਾਣਾ ਪਏ ਸਾਰੇ ਆਰ ਤੇ ਸਾਰੇ ਭਰਾ ਜਾਣਗੇ ਅੱਗੇ ਤੱਕ। ਮੁੱਕਦੀ ਗੱਲ ਇਹ ਸਾਰੇ ਇਹ ਨਾ ਸੋਚੋ ਵੀ ਗੱਲਾਂ ਵੀ ਇਹ ਮਾਨਸਾ ਜਾਂ ਕੋਈ ਹੋਰ ਹੈ, ਸਿਰਫ ਇਹ ਤਾਂ ਹਜੇ ਜਸਟ ਇੱਕ ਟ੍ਰੇਲਰ ਦਿਖਾ ਰਹੇ ਆ। ਠੀਕ ਹੈ ਨਾ, ਜੇ ਦਿੱਲੀ ਜਾਣਾ ਪਿਆ ਦਿੱਲੀ ਵੀ ਜਾਵਾਂਗੇ, ਸ਼ੰਭੂਪੁਰ, ਜਿੱਥੇ ਵੀ ਸਾਨੂੰ ਆਪਣੇ ਹੱਕਾਂ ਲਈ ਜਾਣਾ ਪਿਆ ਅਸੀਂ ਨਾਲ ਆ। ਠੀਕ ਹੈ, ਐਨੀ ਟਾਈਮ ਸਾਡਾ ਬਸ ਸਿਰਫ ਮਾਨਸਾ ਰੱਖਦਾ ਸਾਡਾ ਇਹ ਸੀ, ਕਿਉਂਕਿ ਅਸੀਂ ਪਹਿਲਾਂ ਕਈ ਜਥੇਬੰਦੀਆਂ ਨਾਲ ਟਰਾਈ ਕੀਤਾ। ਮਤਲਬ ਬਾਈ ਮੈਂ ਤੁਹਾਨੂੰ ਜਿਵੇਂ ਦੱਸਿਆ ਸੀ ਨਾ, ਉਹ ਯਾਨੀ ਕਿ ਉਹ ਆਪਣਾ ਕੁਛ ਪ੍ਰੋਪੋਗੰਡਾ ਲੈ ਕੇ ਚੱਲਦੇ ਨੇ, ਸਾਡਾ ਕੁਝ ਹੋਰ ਆ। ਸਾਡਾ ਸਿਰਫ ਇਹ ਹੈ ਵੀ ਅਸੀਂ ਕਿਸਾਨ ਦੇ, ਅਸੀਂ ਕਿਤੇ ਸਪੀਚਾਂ ਵਾਸਤੇ ਜਾਂ ਨਾਮ ਬਣਾਉਣ ਖਾਤਰ ਨਹੀਂ। ਨਾਮ ਸਾਡਾ ਪਰਮਾਤਮਾ ਨੇ ਪਹਿਲੀ ਬਹੁਤ ਵਧੀਆ ਦਿੱਤਾ ਹੋਇਆ। ਠੀਕ ਆ, ਉਹਦੇ ਕਿਤੇ ਸਾਡਾ ਨਾਮ ਬਹੁਤ ਆ। ਸਾਨੂੰ ਮਾਈਕ ਤੇ ਸਿੰਪਥੀ ਇਕੱਠੇ ਕਰਨ ਵਾਸਤੇ ਅਸੀਂ ਨਹੀਂ ਜਾਂਦੇ ਕਿਤੇ ਵੀ, ਹਨਾ। ਅਸੀਂ ਸਿਰਫ ਸਾਡੀ ਰਿਸਪੌਂਸਿਬਿਲਿਟੀ, ਸਾਡੇ ਮਨ ਦੇ ਵਿੱਚ ਦੁੱਖ ਆ ਉਸ ਚੀਜ਼ ਦਾ। ਅਸੀਂ ਵੀ 24 ਘੰਟੇ ਟਰੈਕਟਰ ਲਈ ਫਿਰਦੇ ਰਹਿੰਦੇ ਆ। ਇਸ ਚੀਜ਼ ਦਾ ਦੁੱਖ ਆ ਵੀ ਅਸੀਂ ਉੱਦਾਂ ਕਿਸਾਨ ਘਾਉਣੇ ਆ ਤੇ ਅਸੀਂ ਉੱਦਾਂ ਪੋਸਟਾਂ ਨਹੀਂ ਪਾਉਣੀਆਂ ਚਾਹੁੰਦੇ ਕਲੀਆਂ। ਤੁਸੀਂ ਸਮਝ ਰਹੇ ਹੋ ਨਾ ਮੇਰੀ ਗੱਲ, ਵੀ ਪੋਸਟਾਂ ਪਾ ਕੇ ਵੀ ਜੈ ਜਵਾਨ ਜੈ ਕਿਸਾਨ ਨਹੀਂ ਕਰਨਾ ਚਾਹੁੰਦੇ। ਵੀ ਚੱਲ ਠੀਕ ਹੈ, ਇਸ ਤਾਂ ਉਦੋਂ ਵੀ ਪਹਿਲਾਂ ਸਾਰਿਆਂ ਤੋਂ ਪਹਿਲਾਂ ਹਾਜ਼ਰ ਸੀ, ਪਰ ਸਾਨੂੰ ਨਹੀਂ ਆਉਣ ਦਿੱਤਾ ਕਿ ਵੀ ਮਾਹੌਲ ਖਰਾਬ ਹੋ ਜੂ, ਇਹ ਹੋ ਜੂ, ਉਹ ਹੋ ਜੂ। ਤਾਂ ਕਰਕੇ ਅਸੀਂ ਕਿਸੇ ਜਥੇਬੰਦੀ ਦਾ, ਕਿਸੇ ਪੋਲਿਟਿਕਸ ਦਾ ਹਿੱਸਾ ਨਹੀਂ ਸੀ ਬਣਨਾ ਚਾਹੁੰਦੇ। ਤਾਂ ਕਰਕੇ ਅਸੀਂ ਆਪਣਾ ਨਾਰਾ ਬਣਾਇਆ। ਠੀਕ ਹੈ, ਤੇ ਤੁਹਾਨੂੰ ਕੱਲ ਨੂੰ ਮਾਨਸਾ ਜਿੰਨੇ ਵੀ ਜੋ ਵੀ ਇੱਥੇ ਦੇਖ ਰਹੇ ਹੋਣਗੇ, ਕੱਲ ਨੂੰ ਤੁਹਾਨੂੰ ਇਤਿਹਾਸ ਬਾਰੇ ਦਿਖਾਵਾਂਗੇ ਵੀ ਯੂਥ ਕਿਵੇਂ ਇਕੱਠਾ ਹੁੰਦਾ ਹੈਗਾ ਨਾ। ਤੇ ਬਾਕੀ ਸਾਰਿਆਂ ਸਿਰਫ ਇੱਕ ਸਟਾਰਟਿੰਗ ਹੈ।
ਜੀ ਜੀ ਜੀ, ਇਹ ਸਿਰਫ ਇੱਕ Time- ਸਟਾਰਟਿੰਗ ਹੈ, ਇਹ ਸਿਰਫ ਇੱਕ ਸਟਾਰਟ ਹਾਂ। ਹੋਇਆ। ਸਮਾਂ ਆਉਣ ਨਾਲ ਹੋਰ ਵੀ ਲੋੜਾਂ ਤੇ ਹੋਰ ਵੀ ਚੀਜ਼ਾਂ ਤੇ ਜਿੱਥੇ ਸਾਨੂੰ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਵੀ ਦਿਸੂਗਾ, ਜਿੱਥੇ ਜਿੱਥੇ ਵੀ ਸਾਨੂੰ ਲੱਗੂਗਾ ਕਿ ਇਸ ਅਦਾਰੇ ਦੇ ਵਿੱਚ, ਇਸ ਮਹਿਕਮੇ ਦੇ ਵਿੱਚ ਕੰਮ ਹੋਣ ਦੀ ਲੋੜ ਹੈ ਜਾਂ ਕੰਮ ਕਰਨ ਦੀ ਲੋੜ ਹੈ, ਅਸੀਂ ਫਿਊਚਰ ਦੇ ਵਿੱਚ ਉਹ ਵੀ ਕਰਾਂਗੇ। ਮੈਂ ਇਹ ਕਹਿਣਾ ਚਾਹੁੰਦਾ ਕਿ ਅਸੀਂ ਜਿਹੜੇ ਆਰਟਿਸਟ ਭਰਾ ਆ, ਆਰਟਿਸਟ ਬਾਅਦ 'ਚ ਆ, ਪਹਿਲਾਂ ਅਸੀਂ ਕਿਸਾਨਾਂ ਦੇ, ਜ਼ਿਮੀਂਦਾਰਾਂ ਦੇ ਜਵਾਕ ਆ। ਅਸੀਂ ਇੱਕ ਦੂਜੇ ਨਾਲ ਇਕੱਠੇ ਰਹਿੰਦੇ ਆ, ਯੂਨਿਟੀ ਨਾਲ ਰਹਿੰਦੇ ਆ। ਇਹ ਯੂਨਿਟੀ ਅਸੀਂ ਜੇ 5 ਜਣੇ ਦਿਖਾ ਸਕਦੇ ਹਾਂ ਤਾਂ ਸਾਰੇ ਪੰਜਾਬ ਦੇ ਨੌਜਵਾਨ ਵੀ ਦਿਖਾ ਸਕਦੇ ਆ। ਸੋ ਮੇਰਾ ਵੀਰ, ਸਾਰੇ ਇਕੱਠੇ ਰਿਹਾ ਕਰੋ, ਹੱਕਾਂ ਲਈ ਲੜਿਆ ਕਰੋ। ਜਿਹੜੀ ਚੌੜਬਾਜ਼ੀ ਆ, ਹੁੱਲੜਬਾਜ਼ੀ ਆ, ਹਰ ਵਕਤ ਨਹੀਂ ਚੰਗੀ ਲੱਗਦੀ। ਹਾਸਾ ਖੇਡਾ ਕਦੇ ਕਦਾਈ ਬਣਿਆ ਜ਼ਰੂਰ ਕਰੋ, ਪਰ ਕੱਲ ਨਹੀਂ, 25 ਤਰੀਕ ਨੂੰ ਜਿਹੜਾ ਆਪਣਾ ਮੁੱਦਾ ਬਹੁਤ ਸੀਰੀਅਸ ਹੈ। ਬਸ ਮੋਟੀਆਂ ਗੱਲਾਂ ਕਰਤੀਆਂ, ਹੁਣ ਕੱਲ ਪਹੁੰਚੋ ਸਿੱਧੂ ਵੀਰੇ, ਤੇ ਸਾਰੇ ਮੇਰੇ ਵੀਰ ਭਰਾਵਾਂ ਨੂੰ ਫਤਿਹ ਆ, ਤੇ ਬਾਕੀ ਅਪਡੇਟ ਸ਼ਾਮ ਤੱਕ ਕਰਦੇ ਰਵਾਂਗੇ। ਹਾਂ, ਬਾਕੀ ਤੁਹਾਨੂੰ ਜਿਹੜੀ ਵੀ ਕੋਈ ਲੋੜੀਂਦੀ ਇਨਫੋਰਮੇਸ਼ਨ ਹੋਊਗੀ, ਅਸੀਂ ਕੱਲ ਨੂੰ ਸਵੇਰੇ ਵੀ ਤੁਹਾਨੂੰ ਬਸ ਅਪਡੇਟ ਰਹੋ, ਸਾਡੇ ਪੇਜਸ ਵਗੈਰਾ ਦੇਖਦੇ ਰਹੋ। ਅਸੀਂ ਕੋਸ਼ਿਸ਼ ਕਰਾਂਗੇ ਵੀ ਜਿਵੇਂ ਹੁਣ ਕੋਰ ਵਾਲੇ ਦੇ ਪੇਜ ਤੋਂ, ਬਾਈ ਆਰਨੇ ਦੇ ਪੇਜ ਤੋਂ, ਸਾਰੇ ਜਿੰਨੇ ਵੀ ਭਰਾ ਹੈਗੇ ਸਾਰਿਆਂ ਦੇ ਪੇਜ ਤੋਂ ਹੀ ਅਸੀਂ ਥੋੜਾ ਬਹੁਤ ਤੁਹਾਨੂੰ ਬਾਈਟਸ ਥਰੂ ਜਾਂ ਇਨਫੋਰਮੇਸ਼ਨ ਤੁਹਾਨੂੰ ਦਿੰਦੇ ਰਵਾਂਗੇ। ਬਾਕੀ ਤਕੜੇ ਰਹੋ ਮੇਰਾ ਵੀਰ, ਹਨਾ। ਇਹ ਇਕੱਲੀ ਸਾਡਾ ਪ੍ਰੋਗਰਾਮ ਨਹੀਂ, ਤੁਹਾਡਾ ਵੀ ਨਾਲ ਹੀ ਹੈ, ਹਨਾ। ਤੇ ਆਪਾਂ ਸਾਰੇ ਰਲ ਮਿਲ ਕੇ ਗੱਲਾਂ ਬਾਤਾਂ ਕਰਦੇ ਹਾਂ ਤੇ ਕੱਲ ਨੂੰ ਚਰਨਾਟੇ ਪਾਵਾਂਗੇ, ਦੇਖ ਕੇ ਚੱਲਿਓ। ਠੀਕ ਹੈ ਜੀ, ਕੱਲ ਮਿਲਦੇ ਹਾਂ ਜੀ, ਫਿਰ ਆ ਜਾਓ ਸਾਰੇ ਜਣੇ। ਓਕੇ ਜੀ ਬਾਈ, ਸਤਿ ਸ਼੍ਰੀ ਅਕਾਲ। ਧੰਨਵਾਦ ਵੀਰੇ, ਓਕੇ ਜੀ, ਓਕੇ। ਹੋ ਕਿੰਨਾ ਚਿਰ ਦੱਸ ਸਹੀਏ ਤੱਕੇ, ਕੁਝ ਕਰਨਾ ਜਾਈਏ ਤੈਥੋਂ ਅੱਕੇ। ਹੋ ਤੇਰੇ ਦਿੱਤੇ ਕਰਜ਼ੇ ਜੋ ਅਸੀਂ ਸਾਰੇ ਧਾਰਨੇ ਨੇ, ਹੋਏ ਅਸੀਂ ਨਹੀਂ ਮਰਨਾ, ਅਸੀਂ ਨਹੀਂ ਮਰਨਾ ਸਰਕਾਰੇ। ਹੋ ਤੇਰੇ ਜ਼ੁਲਮ ਮਾਰਨੇ ਨੇ, ਹੋ ਬਲਦਾਂ ਦੇ ਪੈਰਾਂ ਚੋਂ ਲਹਾ ਕੇ ਖੁਰੀਆਂ ਓਏ ਅਸੀਂ ਆਪਣੇ ਆ ਪੈਰਾਂ ਵਿੱਚ ਲਾਈਆਂ ਨੇ। ਆਪ ਭਾਵੇਂ ਖਾਧੀ ਅਸੀਂ ਇੱਕ ਡੰਗ ਰੋਟੀ, ਪਰ ਥੋੜੇ ਢਿੱਡ ਤਿੱਕਰ ਪਚਾਈਆਂ ਨੇ। ਆ ਥੋੜੇ ਬਿਲਬੁਲ ਲੰਡੂ ਜੇ, ਹੋਏ ਅਸੀਂ ਸਾਰੇ ਸਾੜਨੇ ਨੇ, ਅਸੀਂ ਨਹੀਂ ਮਰਨਾ, ਹੋਏ ਅਸੀਂ ਨਹੀਂ ਮਰਨਾ ਸਰਕਾਰੇ। ਹੋ ਤੇਰੇ ਜ਼ੁਲਮ ਮਾਰਨੇ ਨੇ। ਲਓ ਜੀ, ਅੱਧਾ ਘੰਟਾ ਹੋ ਗਿਆ ਟ੍ਰੇਨਿੰਗ, ਬਦਨ ਮਿਸ ਹੋ ਗਿਆ ਸੀ ਵਿੱਚੋਂ, ਤੇ ਇਸ ਕਰਕੇ ਹੁਣ ਡਬਲ ਕਰਨਾ ਪੈਣਾ ਕੰਮ। ਤੇ ਇੱਕ ਬੇਨਤੀ ਕਰਨੀ ਹੈ ਜੀ ਸਾਰਿਆਂ ਨੂੰ, ਸਾਰੇ ਜਾਣਦੇ ਹੋ ਤੁਸੀਂ, ਇੰਡੀਆ ਦੇ ਵਿੱਚ ਕਿਸਾਨਾਂ ਦੇ ਨਾਲ, ਮਜ਼ਦੂਰਾਂ ਦੇ ਨਾਲ, ਆੜ੍ਹਤੀਆਂ ਦੇ ਨਾਲ, ਸਾਰੇ ਨਾਲ ਜੋ ਵੀ ਹੋ ਰਿਹਾ ਤੁਹਾਨੂੰ ਪਤਾ ਹੀ ਆ। ਭਾਵੇਂ ਆਪਾਂ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਆ, ਲੇਕਿਨ ਦਿਲ ਸਾਰਿਆਂ ਦਾ ਇੰਡੀਆ ਦੇ ਵਿੱਚ ਹੀ ਆ, ਪੰਜਾਬ ਦੇ ਵਿੱਚ ਹੀ ਆ। ਸੋ ਇਹ ਇੱਕ ਮੌਕਾ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦਾ। ਇਹਦੇ ਵਿੱਚ ਇਹ ਨਹੀਂ ਵੀ ਕੋਈ ਜੱਟ ਆ ਜਾਂ ਕੋਈ ਕਿਸਾਨ ਆ, ਉਹਦੀ ਪ੍ਰੋਬਲਮ ਹੀ ਆ, ਮਜ਼ਦੂਰਾਂ ਦੀ, ਆੜ੍ਹਤੀਆਂ ਦੀ, ਜਾਤਾਂ ਤੋਂ ਉੱਤੇ ਹੋ ਕੇ, ਧਰਮਾਂ ਤੋਂ ਉੱਤੇ ਹੋ ਕੇ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ। ਆਪਣੇ ਆਪਣੇ ਇਲਾਕੇ 'ਚ ਸਰਪੰਚਾਂ ਨੂੰ, ਪੰਚਾਂ ਨੂੰ, MLA ਸਾਹਿਬ, ਜੋ ਵੀ ਮੰਤਰੀ, ਜਿਹੜੇ ਵੀ ਆਪਣੇ ਆਪਣੇ ਏਰੀਏ ਦੇ ਹੈਗੇ ਆ ਤੁਸੀਂ, ਉਹ ਇੰਡੀਆ ਦੇ ਕਿਸੇ ਵੀ ਕੋਨੇ ਵਿੱਚ ਹੋਵੇ, ਇਕੱਲੀ ਪੰਜਾਬ ਦੀ ਗੱਲ ਨਹੀਂ ਹੈ। ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਇਕੱਠੇ ਹੋ ਕੇ ਸੈਂਟਰ ਸਰਕਾਰ ਨੂੰ ਅਪੀਲ ਕੀਤੀ ਜਾਵੇ, ਔਰ ਪੀਸਫੁਲੀ ਜਿਹੜੇ ਮਾਰਚ ਹੋ ਰਹੇ ਨੇ, ਧਰਨੇ ਲੱਗ ਰਹੇ ਨੇ, ਇਸੇ ਤਰ੍ਹਾਂ ਜਾਰੀ ਰੱਖਣੇ। ਸਾਰੇ ਮੈਂ ਆਪਣੇ ਕਲਾਕਾਰ ਵੀਰਾਂ ਨੂੰ, ਭੈਣਾਂ ਨੂੰ, ਜਿੰਨੇ ਵੀ ਨੇ, ਯੰਗਸਟਰਸ, ਸੀਨੀਅਰਸ ਜਿੰਨੇ ਵੀ ਆ, ਇਹ ਸਾਰਿਆਂ ਨੂੰ ਇਕੱਠੇ ਹੋ ਕੇ, ਇੱਕਮਿਕ ਹੋ ਕੇ ਇਹਦੇ ਵਿੱਚ ਸਾਰਿਆਂ ਨੂੰ ਇਕੱਠੇ ਹੋ ਕੇ ਸੈਂਟਰ ਸਰਕਾਰ ਨੂੰ ਅਪੀਲ ਕੀਤੀ ਜਾਵੇ, ਔਰ ਪੀਸਫੁਲੀ ਜਿਹੜੇ ਮਾਰਚ ਹੋ ਰਹੇ ਨੇ, ਧਰਨੇ ਲੱਗ ਰਹੇ ਨੇ, ਇਸੇ ਤਰ੍ਹਾਂ ਜਾਰੀ ਰੱਖਣੇ। ਸਾਰੇ ਮੈਂ ਆਪਣੇ ਕਲਾਕਾਰ ਵੀਰਾਂ ਨੂੰ, ਭੈਣਾਂ ਨੂੰ, ਜਿੰਨੇ ਵੀ ਨੇ, ਯੰਗਸਟਰਸ, ਸੀਨੀਅਰਸ ਜਿੰਨੇ ਵੀ ਆ, ਇਹ ਸਾਰਿਆਂ ਨੂੰ ਇਕੱਠੇ ਹੋ ਕੇ, ਇੱਕਮਿਕ ਹੋ ਕੇ ਇਹਦੇ ਵਿੱਚ ਸਾਰਿਆਂ ਦਾ ਸਾਥ ਦੇਣਾ ਚਾਹੀਦਾ। ਕਿਉਂਕਿ ਜਿਸ ਦੇਸ਼ ਦਾ ਅੰਨਦਾਤਾ ਹੀ ਖਤਮ ਹੋ ਜਾਊਗਾ, ਇਹ ਖਤਮ ਹੋਣ ਵਾਲੀ ਗੱਲ ਹੈ। ਕਿਉਂਕਿ ਭਾਵੇਂ ਮਿੱਠੀਆਂ ਗੋਲੀਆਂ ਨੇ, ਕਲਾਕਾਰੀ ਭਾਸ਼ਾ ਦੇ ਵਿੱਚ ਮੈਂ ਤੁਹਾਨੂੰ ਦੱਸਦਾ, ਜਿੱਦਾਂ ਜਦੋਂ ਕੋਈ ਵੀ ਨਵਾਂ ਕਲਾਕਾਰ ਉੱਠਦਾ, ਉਹਦਾ ਕਿਸੇ ਨਾ ਕਿਸੇ ਕੰਪਨੀ ਦੇ ਨਾਲ ਜਾਂ ਕਿਸੇ ਨਾ ਕਿਸੇ ਕੰਟਰੈਕਟ ਹੁੰਦਾ ਜੀ, 5 ਸਾਲ ਦਾ, 7 ਸਾਲ ਦਾ, ਜੋ ਵੀ ਹੋ ਗਿਆ।
ਲੇਕਿਨ ਉਹ ਕਲਾਕਾਰ ਨੂੰ ਪਤਾ ਹੁੰਦਾ ਭਾਈ ਉਹ ਪ੍ਰੋਗਰਾਮ ਜਿੰਨੇ ਦਾ ਮਰਜ਼ੀ ਲਾਵੇ ਤੇ ਉਹਨੂੰ ਕੀ ਮਿਲਣਾ, ਉਹ ਵੀ ਮਿਲਣਾ ਜਾਂ ਨਹੀਂ ਮਿਲਣਾ ਹੈ ਨਾ। ਤੁਸੀਂ ਸਾਰੇ ਸਿਆਣੇ ਹੋ, ਸਾਰਿਆਂ ਨਾਲ ਇੱਦਾਂ ਹੁੰਦੀ ਆਈ ਆ। ਸੋ ਬਹੁਤ ਸਾਨੂੰ ਸੰਭਲ ਕੇ ਸੂਝਵਾਨ ਤਰੀਕੇ ਦੇ ਨਾਲ ਜਿੰਨੇ ਵੀ ਤੁਸੀਂ ਹੈਗੇ ਹੋ, ਕੋਈ ਵਕੀਲ ਆ, ਕੋਈ ਮੰਤਰੀ ਆ, ਕੋਈ ਸਰਪੰਚ ਆ, ਕੋਈ ਪੰਚ ਆ, ਕਾਨੂੰਨੀ ਤੌਰ ਦੇ ਉੱਤੇ ਆਪਾਂ ਨੂੰ ਇਹ ਲੜਾਈ ਲੜਨੀ ਚਾਹੀਦੀ ਹੈ, ਬਹੁਤ ਜ਼ਰੂਰੀ ਆ। ਸੋ ਮੈਂ ਤਾਂ ਇਸ ਨਾਲ ਹਾਂ ਜੀ, ਜੇ ਮੈਂ ਇੰਡੀਆ ਹੁੰਦਾ ਜ਼ਰੂਰ ਧਰਨਿਆਂ ਦੇ ਵਿੱਚ ਵੀ ਆਉਂਦਾ, ਲੇਕਿਨ ਮੈਂ ਇਸ ਵੇਲੇ ਬਾਹਰ ਹਾਂ। ਲੇਕਿਨ ਮੈਂ ਆਪਣੇ ਸਾਰੇ ਸਾਥੀ ਕਲਾਕਾਰਾਂ ਨੂੰ ਬੇਨਤੀ ਕਰਦਾ ਵੀ ਜਿੱਥੇ ਵੀ ਹੋ, ਜਿਸ ਏਰੀਏ ਦੀ ਵੀ, ਜਿਸ ਇਲਾਕੇ ਦੇ ਵੀ ਹੋ, ਆਪਣੇ ਆਪਣੇ ਇਲਾਕੇ 'ਚ, ਆਪਣੇ ਆਪਣੇ ਪਿੰਡਾਂ 'ਚ, ਆਪਣੇ ਆਪਣੇ ਸ਼ਹਿਰਾਂ 'ਚ ਇਕੱਠੇ ਹੋ ਕੇ ਸਾਰੇ ਜਾਣੇ ਦੱਸੋ, ਉੱਥੇ ਦੇ ਲੋਕਲ ਜਿਹੜੇ ਸੂਝਵਾਨ ਸੱਜਣ ਮਿੱਤਰ ਨੇ ਉਹਨਾਂ ਨੂੰ ਨਾਲ ਲੈ ਕੇ ਪੀਸਫੁਲ ਕਾਂਗਰਸ ਆ ਜਿਹੜੇ ਵੀ ਆ ਉਹਨਾਂ ਤੋਂ ਪਾਰਟੀ ਤੋਂ ਉੱਤੇ ਉੱਠ ਕੇ ਇੱਕ ਦੂਸਰੇ ਦਾ ਸਾਥ ਦਿਓ। ਮੇਰੀ ਹੱਥ ਜੋੜ ਕੇ ਬੇਨਤੀ ਆ ਜੀ, ਹੰਬਲ ਅਪੀਲ ਟੂ ਐਵਰੀਬਡੀ। ਤੇ ਸੈਂਟਰ ਸਰਕਾਰ ਤੱਕ ਗੱਲ ਪਹੁੰਚਣੀ ਚਾਹੀਦੀ ਹੈ ਤੇ ਮੇਰਾ ਖਿਆਲ ਹੈ ਸਾਡਾ ਫਰਜ਼ ਬਣਦਾ ਸਾਰਿਆਂ ਦਾ। ਸੋ ਜਿੰਨੇ ਵੀ ਤੁਸੀਂ ਹੋ ਸਾਰੇ ਇੱਕਮੁੱਖ ਹੋ ਕੇ ਆਓ, ਇਹ ਸਾਨੂੰ ਏਕਤਾ ਦੀ ਲੋੜ ਹੈ ਇਸ ਵੇਲੇ, ਠੀਕ ਹੈ ਨਾ। ਨਹੀਂ ਤਾਂ ਪੰਜਾਬ ਦਾ ਕਿਸਾਨ, ਇੰਡੀਆ ਦਾ ਕਿਸਾਨ, ਮਜ਼ਦੂਰ, ਆੜਤੀਏ, ਸਾਰਾ ਬਿਜ਼ਨਸ ਹੀ ਖਤਮ ਹੋ ਜਾਊਗਾ, ਠੱਪ ਹੋ ਜਾਊਗਾ, ਕਿਉਂਕਿ ਇੱਕ ਦੂਸਰੇ ਦੇ ਨਾਲ ਕਨੈਕਟ ਹੈ ਨਾ, ਠੀਕ ਹੈ ਨਾ। ਜੇ ਹੁਣ ਮੈਂ ਸਟੇਜ ਤੇ ਗਾਵਾਂ ਤੇ ਮੈਂ ਕਹੀਏ ਬਈ ਮਹੀਂ ਆ ਮੇਰਾ ਹੀ ਨਾਂ ਚੱਲਦਾ, ਨਹੀਂ। ਉਹ ਜਿਹੜੇ ਮੇਰੇ ਸਾਥੀ, ਮੇਰੇ ਮਿਊਜ਼ੀਸ਼ੀਅਨ ਭਰਾ ਨੇ, ਢੋਲਕ ਵਜਾਉਂਦਾ, ਕੋਈ ਤਬਲਾ ਵਜਾਉਂਦਾ, ਕੋਈ ਕੀਬੋਰਡ ਵਜਾਉਂਦਾ, ਜੇ ਉਹ ਨਾ ਸਾਥ ਦੇਣ ਤਾਂ ਮੈਂ ਕੁਛ ਨਹੀਂ ਹਾਂ। ਸੋ ਇਹ ਵੀ ਇੱਦਾਂ ਹੀ ਆ, ਠੀਕ ਆ। ਕਿਸਾਨ ਫੇਰ ਹੀ ਕਾਮਯਾਬ ਹੋਊਗਾ ਜੇ ਮਜ਼ਦੂਰ ਮਹਿਕਮਾ ਨਾਲ ਹੋਊਗਾ। ਸੋ ਸਾਰੇ ਏਕਤਾ, ਮੇਰੀ ਹੰਬਲ ਰਿਕੁਐਸਟ ਆ, ਸਾਰੇ ਜਣੇ ਇੱਕਮੁੱਖ ਹੋ ਕੇ ਆਓ, ਇਹ ਇਸ ਮੋਰਚੇ ਦੇ ਵਿੱਚ ਸਾਰੇ ਜਣੇ ਹਿੱਸਾ ਲਓ ਜੀ। ਸੋ ਮੇਰੀ ਵੀ ਬੇਨਤੀ ਆ ਸਰਕਾਰ ਨੂੰ, ਬਹੁਤ ਜ਼ਰੂਰੀ ਆ ਪੰਜਾਬ ਦੇ ਕਿਸਾਨ ਨੂੰ, ਪੰਜਾਬ ਦੇ ਮਜ਼ਦੂਰ ਨੂੰ, ਪੰਜਾਬ ਦੇ ਆੜ੍ਹਤੀਆਂ ਨੂੰ, ਸਾਰਿਆਂ ਨੂੰ ਇੱਕਮੁੱਖ ਹੋ ਕੇ ਹਮਲਾ ਮਾਰੀਏ ਜੀ। ਆਪਾਂ ਸਾਰੇ ਜਣੇ ਰਿਕੁਐਸਟ ਕਰੀਏ। ਥੈਂਕ ਯੂ ਸੋ ਮਚ। ਮਾਲਕ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਇਸੇ ਤਰ੍ਹਾਂ ਸਾਰੇ ਜਣੇ ਖੁਸ਼ ਰਹੋ। ਲੇਕਿਨ ਇਹ ਦੁੱਖ ਦੀ ਘੜੀ ਹੈ, ਇੱਕ ਤਾਂ ਕਰੋਨਾ ਬਿਮਾਰੀ ਚੱਲ ਰਹੀ ਹੈ, ਕਿਸੇ ਕੋਲ ਕੰਮ ਵੈਸੇ ਹੀ ਹੈ ਨਹੀਂਗਾ ਹੈ ਨਾ, ਤੇ ਉੱਤੋਂ ਇਦਾਂ ਦੀ ਮਾਰ ਪੈ ਜਾਵੇ ਤੇ ਇਹਦੇ ਨਾਲੋਂ ਮਾੜੀ ਗੱਲ ਕੋਈ ਨਹੀਂ ਹੋ ਸਕਦੀ। ਸੋ ਮੇਰੀ ਹੰਬਲ ਰਿਕੁਐਸਟ ਹੈ ਜੀ। ਥੈਂਕ ਯੂ ਸੋ ਮਚ। ਲਵ ਯੂ ਗਾਇਸ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਆਸ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਔਰ ਜਿੱਦਾਂ ਕਿ ਅਸੀਂ ਜਾਣਦੇ ਹਾਂ ਕਿ ਪਿਛਲੇ ਕਾਫੀ ਦਿਨਾਂ ਤੋਂ, ਕਾਫੀ ਹਫ਼ਤਿਆਂ ਤੋਂ ਜਿਹੜਾ ਕਿ ਕਿਸਾਨ ਦੇ ਵਿਰੁੱਧ, ਕਿਸਾਨ ਦੇ ਜਿਹੜਾ ਆ, ਮਤਲਬ ਮੈਂ ਸਮਝਦਾ ਕਿ ਇੱਕ ਕਿਸਾਨੀ ਦੇ ਵਿਰੁੱਧ ਜਿਹੜਾ ਬਿੱਲ ਪਾਸ ਇਹਨਾਂ ਨੇ, ਸਰਕਾਰ ਨੇ, ਸੈਂਟਰ ਨੇ ਕੀਤਾ, ਉਹਦੀ ਜਗ੍ਹਾ 'ਚ ਜਿਹੜੇ ਆ ਇਹ ਧਰਨੇ ਪੰਜਾਬ ਦੇ ਵੱਖ-ਵੱਖ ਜਗ੍ਹਾ ਤੇ ਲੱਗ ਰਿਹਾ। ਔਰ ਵੱਖ-ਵੱਖ ਜਥੇਬੰਦੀਆਂ, ਕਲਾਕਾਰਾਂ ਦੁਆਰਾ, ਰਾਜਨੀਤਿਕ ਪਾਰਟੀਆਂ ਦੁਆਰਾ ਵੀ ਇਹਦਾ ਵਿਰੋਧ ਕੀਤਾ ਜਾ ਰਿਹਾ ਆ, ਆਪਣੇ ਆਪਣੇ ਤਰੀਕੇ ਨਾਲ ਜਿੱਦਾਂ ਵੀ ਹੋ ਸਕਦਾ। ਸੋ ਪਹਿਲੀ ਗੱਲ ਤਾਂ ਇਹ ਆਪਾਂ ਸਾਰੇ ਜਾਣਦੇ ਹੀ ਹਾਂ ਕਿ ਆਰਡੀਨੈਂਸ ਕੀ ਆ, ਕਿ ਇਹ ਜ਼ਰੂਰੀ ਜਾਣਨਾ ਬਹੁਤ ਜ਼ਰੂਰੀ ਆ। ਜਿਹੜੇ ਵੀ ਧਰਨਿਆਂ ਤੇ ਪਹੁੰਚ ਰਹੇ ਆ ਜਾਂ ਜਿਨ੍ਹਾਂ ਨੇ ਵੀ, ਨੌਜਵਾਨਾਂ ਨੂੰ ਆਪਾਂ ਕਿ ਅਪੀਲ ਤਾਂ ਕਰ ਰਹੇ ਹਾਂ ਕਿ ਤੁਸੀਂ ਆਓ, ਪਰ ਨੌਜਵਾਨਾਂ ਨੂੰ ਇਹ ਵੀ ਅਪੀਲ ਕਰੋ ਕਿ ਇਸ ਖੇਤੀ ਆਰਡੀਨੈਂਸ ਬਾਰੇ ਜਾਣਨ ਜ਼ਰੂਰ, ਇਹਨੂੰ ਪੜ੍ਹਨ ਜ਼ਰੂਰ, ਇਹਦੇ ਬਾਰੇ ਨੌਲੇਜ ਜ਼ਰੂਰ ਲੈਣ ਕਿ ਇਹ ਹੈ ਕੀ ਆ, ਇਹਦੇ ਵਿੱਚ ਕੀਤਾ ਕੀ ਆ ਸਰਕਾਰ ਨੇ, ਜਿਹਦੇ ਕਰਕੇ ਅਸੀਂ ਜਿਹੜੇ ਲੋਕ ਆ ਉਹ ਬੋਲ ਰਹੇ ਹਾਂ, ਮੱਚ ਰਹੇ ਹਾਂ, ਜਾਂ ਸੜਕਾਂ 'ਤੇ ਕੰਮ ਦੇ ਦਿਨਾਂ ਦੇ ਵਿੱਚ ਆ ਕੇ ਪ੍ਰਦਰਸ਼ਨ ਕਰ ਰਹੇ ਹਾਂ। ਸਰਕਾਰ ਦੀ ਜਿਹੜੀ ਨੀਤੀ ਆ ਇਹਨੂੰ ਸਮਝਣ ਦੀ ਲੋੜ ਆ ਬਹੁਤ ਦਿਮਾਗ ਨਾਲ। ਉਹਨਾਂ ਨੇ, ਤੁਸੀਂ ਇਹ ਵੇਖੋ ਕਿ ਕਰੋਨਾ ਦੇ ਦਿਨਾਂ ਦੇ ਵਿੱਚ ਜਦ ਕਿ ਇੱਕ ਜਗ੍ਹਾ ਇਹ ਕਹੀ ਜਾਂਦੇ ਆ ਕਿ ਭੋਗ 'ਤੇ ਜਾਂ ਵਿਆਹ 'ਤੇ 30 ਬੰਦੇ ਇਕੱਠੇ ਨਹੀਂ ਹੋਣੇ, ਤਾਂ ਇਸ ਦਿਨਾਂ ਦੇ ਵਿੱਚ ਬਿੱਲ ਪਾਸ ਕਰਨ ਦੀ ਐਡੀ ਕਿਹੜੀ ਆਫਤ ਆਈ ਸੀ ਜੇ ਤੁਸੀਂ ਮਤਲਬ ਰਾਤੋਂ ਰਾਤ ਜਿਹੜਾ ਬਿੱਲ ਪਾਸ ਕਰਤਾ। ਸੋ ਉਸ ਚੀਜ਼ ਦੇ ਵੀ ਵਿਚਾਰ ਕਰਨ ਦੀ ਲੋੜ ਆ ਕਿ ਤੁਸੀਂ ਇਸ ਚੀਜ਼ ਨੂੰ ਪੜ੍ਹ ਕੇ ਆਓ ਔਰ ਜ਼ਰੂਰ ਪਹੁੰਚੋ ਵੱਖ-ਵੱਖ ਜਗ੍ਹਾ 'ਤੇ। ਜਿੱਦਾਂ ਕੱਲ੍ਹ ਨੂੰ 25 ਸਤੰਬਰ ਨੂੰ ਜਿਹੜਾ ਆ ਬਹੁਤ ਜਗ੍ਹਾ 'ਤੇ ਇਹਦਾ ਰੋਸ ਪ੍ਰਦਰਸ਼ਨ ਆਈ ਥਿੰਕ ਸਾਰੇ ਪੰਜਾਬ ਦੇ ਵਿੱਚ ਹੀ ਹੋ ਰਿਹਾ, ਭਾਵੇਂ ਹਰ ਕਲਾਕਾਰ ਆਪਣੇ ਤੌਰ 'ਤੇ ਲੱਗਾ। ਮਸਲਾ ਇਹ ਨਹੀਂ ਕਿ ਕੋਈ ਕਿਤੇ ਲੱਗਾ, ਕੋਈ ਕਿਤੇ ਲੱਗਾ, ਮਸਲਾ ਇਹ ਆ ਕਿ ਆਵਾਜ਼ ਚੁੱਕਣੀ ਬਹੁਤ ਜ਼ਰੂਰੀ ਆ। ਜੇ ਆਵਾਜ਼ ਨਾ ਚੁੱਕੀ ਗਈ, ਆਵਾਜ਼ ਚੁੱਕਣ ਦੇ ਨਾਲ ਇਹ ਹੋ ਸਕਦਾ ਕਿ ਬਹੁਤ ਸਾਰੇ ਵੀਰ ਕਹਿੰਦੇ ਕਿ ਦਿੱਲੀ ਨੂੰ ਚਲੋ, ਦਿੱਲੀ ਜਾਓ, ਇੱਥੇ ਰੌਲਾ ਪਾਉਣ ਦਾ ਕੋਈ ਫਾਇਦਾ ਨਹੀਂ। ਫਾਇਦਾ ਹੈ, ਫਾਇਦਾ ਇਹ ਆ ਕਿ ਸਟੇਟ ਸਰਕਾਰ ਦੇ ਉੱਤੇ ਜਦੋਂ ਦਬਾਅ ਪਊਗਾ, ਸਟੇਟ ਸਰਕਾਰ ਇਸ ਨੂੰ ਰੱਦ ਕਰ ਸਕਦੀ ਆ। ਸਟੇਟ ਸਰਕਾਰ ਨੂੰ ਚਾਹੀਦਾ, ਜਿਹੜੀ ਸਾਡੀ ਇੱਥੇ ਦੀ ਸਰਕਾਰ ਆ, ਉਹਨੂੰ ਚਾਹੀਦਾ ਕਿ ਯਾਰ ਬਾਈਕਾਟ ਕਰੇ। ਔਰ ਡੇਲੀ ਜਿੱਦਾਂ CM ਸਾਹਿਬ ਦੀ ਗੱਲ ਹੁੰਦੀ ਆ ਮੋਦੀ ਨਾਲ,
ਉਹਨਾਂ ਨੂੰ ਉਸ ਚੀਜ਼ ਤੇ ਕਰੇ। ਪਰ ਮੈਨੂੰ ਲੱਗਦਾ ਕਿ ਉੱਥੋਂ ਤੱਕ ਤਾਂ ਉਹਨਾਂ ਨੇ, ਦਿੱਲੀ ਤੱਕ ਤਾਂ ਉਹਨਾਂ ਨੇ 3500 ਤਾਂ ਬੈਰੀਗੇਟ ਲਾਇਆ, ਸਾਰੇ 3 ਸਟੇਟਾਂ ਦੀ ਉਹਨਾਂ ਨੇ ਪੁਲਿਸ ਲਾਤੀ ਆ। ਸੋ ਮਸਲਾ ਹੈ ਕਿ ਇੱਥੋਂ ਜੇ ਆਵਾਜ਼ ਚੁੱਕਾਂਗੇ, ਮੀਡੀਆ ਆ, ਬਿੱਲ ਤਾਂ ਪੰਜਾਬ ਦੇ ਵਿੱਚ ਹੀ ਆਉਣਾ ਨਾ। ਬਿੱਲ ਤਾਂ ਜਦੋਂ ਪੰਜਾਬ ਦੇ ਵਿੱਚ ਕਾਰਪੋਰੇਟ ਕੰਪਨੀਆਂ ਨੂੰ ਅਸੀਂ ਵੜਨ ਨਹੀਂ ਦੇਵਾਂਗੇ, ਉਹਨਾਂ ਦਾ ਬਾਈਕਾਟ ਕਰਾਂਗੇ, ਆਪਣੇ ਤੌਰ ਤੇ ਅਸੀਂ ਬਾਈਕਾਟ ਕਰਾਂਗੇ, ਤਾਂ ਮਸਲਾ ਇਹ ਹੈ ਕਿ ਤਾਂ ਕਰਕੇ ਜਿਹੜਾ ਕੱਲ੍ਹ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ, ਤੁਸੀਂ ਸਾਰੇ ਪਹੁੰਚੋ ਮੇਰੇ ਵੀਰ। ਜਿਹੜੇ ਵੀ ਫੇਸਬੁੱਕ ਤੇ ਜੇ ਤੁਸੀਂ ਕਲਾਕਾਰਾਂ ਦੇ ਸ਼ੋਆਂ 'ਚ ਪਹੁੰਚਦੇ ਹੋ 200 250 ਕਿਲੋਮੀਟਰ ਤੋਂ ਦੂਰ ਤੋਂ ਆ ਕੇ, ਮੋਟਰਸਾਈਕਲਾਂ ਤੇ, ਸਕੂਟਰਾਂ ਤੇ, ਟਰੈਕਟਰਾਂ ਤੇ, ਜਿਹਦੇ ਤੇ ਵੀ ਕਾਰਾਂ ਗੱਡੀਆਂ ਤੇ, ਤਾਂ ਕੱਲ੍ਹ ਧਰਨਿਆਂ ਦੇ ਵਿੱਚ ਵੀ ਜ਼ਰੂਰ ਪਹੁੰਚੋ, ਕਿਉਂਕਿ ਬਹੁਤ ਲੋੜ ਆ ਪੰਜਾਬ ਨੂੰ, ਪੰਜਾਬ ਦੀ ਜਵਾਨੀ ਦੀ, ਪੰਜਾਬ ਦੇ ਹੱਕਾਂ ਦੀ ਗੱਲ ਕਰਨ ਦੀ, ਜਵਾਨੀ ਨੂੰ ਹੱਕਾਂ ਦੀ ਗੱਲ ਕਰਨ ਦੀ, ਹੱਕ ਮੰਗਣ ਦੀ ਬਹੁਤ ਲੋੜ ਆ, ਕਿਉਂਕਿ ਬਜ਼ੁਰਗ ਤਾਂ ਸਾਡੇ ਕਿੰਨਿਆਂ ਸਾਲਾਂ ਤੋਂ ਲੱਗੇ ਹੋਏ ਆ। ਸੋ ਅਸੀਂ ਕੱਲ੍ਹ ਨੂੰ ਨਾਭਾ ਵਿਖੇ 11:30 ਦੇ ਕਰੀਬ ਜਿਹੜੀ ਕਿਸਾਨ ਯੂਨੀਅਨ ਆ ਉਹਦੇ ਨਾਲ ਸਮਰਥਨ ਕਰਕੇ ਇਹ ਇੱਕ ਧਰਨਾ ਜਿਹੜਾ ਦੇ ਰਹੇ ਆ। ਮਸਲਾ ਇਹ ਆ ਕਿ ਆਪਣੇ ਤੌਰ ਤੇ ਕਿਤੇ ਵੀ ਤੁਸੀਂ ਬਹਿ ਜਾਓ ਤਾਂ ਉਹ ਇੱਕ ਗੱਲ ਨਹੀਂ ਤੁਹਾਡੀ ਕਲੀਅਰ ਹੁੰਦੀ। ਮੋਤਬਾਰ ਬੰਦੇ ਹੋਣੇ, ਚੰਗੇ ਸਿਆਣੇ ਬੰਦਿਆਂ ਦਾ ਹੋਣਾ, ਕਿਸੇ ਰੋਸ ਪ੍ਰਦਰਸ਼ਨ ਦੇ ਵਿੱਚ, ਕਿਸੇ ਰੈਲੀ ਦੇ ਵਿੱਚ ਸਿਆਣੇ ਲੋਕਾਂ ਦਾ ਹੋਣਾ, ਸੰਬੋਧਨ ਕਰਨਾ, ਕਿਸੇ ਸਿਆਣੇ ਚੰਗੇ ਬੁਲਾਰਿਆਂ ਦਾ ਹੋਣਾ ਬਹੁਤ ਜ਼ਰੂਰੀ ਆ। ਇਹ ਨਹੀਂ ਕਿ ਤੁਸੀਂ ਇਕੱਲੇ ਮੁੰਡੇ ਨੌਜਵਾਨ ਇਕੱਠੇ ਹੋ ਕੇ ਹੁੱਲੜਬਾਜੀ ਹੋ ਜਾਂਦੀ ਹੈ ਸਮ ਟਾਈਮ, ਕਿਉਂਕਿ ਗਰਮ ਖੂਨ ਆ, ਕਿਸੇ ਨੇ ਵੀ ਮਾੜਾ ਜਿਹਾ ਵੀ ਛੇੜਖਾਨੀ ਕੀਤੀ ਤਾਂ ਉਧਰ ਨੂੰ ਹੋ ਜਾਣਾ। ਸੋ ਪਲੀਜ਼ ਤਰੀਕੇ ਨਾਲ ਆਇਓ ਮੇਰੇ ਵੀਰ, ਕੋਈ ਹੱਲਾ ਗੁੱਲਾ ਨਾ ਇੱਦਾਂ ਦਾ ਹੋਵੇ ਵੀ ਸ਼ੈਤਾਨੀ ਦੇ ਵਿੱਚ ਸਾਨੂੰ ਆਪ ਨੂੰ ਹੀ ਨੁਕਸਾਨ ਹੋਵੇ। ਸ਼ਰਾਰਤ ਨਹੀਂ ਕਰਨੀ, ਸਮਝਣਾ ਆ, ਆਪਾਂ ਨੂੰ ਸਮਝਦਾਰ ਹੋਣ ਦੀ ਲੋੜ ਆ। ਭਗਤ ਸਿੰਘ ਹੋਣਾ ਨੇ ਵੀ ਜਵਾਨੀ ਦੇ ਵਿੱਚ ਬਹੁਤ ਚੰਗੀ ਗੱਲ ਕੀਤੀ। ਉਹਨਾਂ ਦੀ ਉਮਰ ਵੀ ਮੈਨੂੰ ਲੱਗਦਾ ਜਿਹੜੀ ਉਮਰ ਦੇ ਵਿੱਚ ਉਹਨਾਂ ਨੇ ਜੋਸ਼ ਦੇ ਨਾਲ, ਹੋਸ਼ ਰੱਖ ਕੇ ਆਪਣੀ ਗੱਲ ਕੀਤੀ। ਉਹਨਾਂ ਨੇ ਵੀ ਇੱਕ ਲੇਬਰ ਕਲਾਸ ਦੀ ਗੱਲ ਕੀਤੀ ਜਦੋਂ ਅਸੈਂਬਲੀ ਦੇ ਵਿੱਚ ਜੇ ਉਹਨਾਂ ਬੰਬ ਸੁੱਟਿਆ, ਤਾਂ ਉਹ ਵੀ ਉਹਨਾਂ ਨੇ ਕਿਸਾਨਾਂ ਦੀ, ਮਜ਼ਦੂਰਾਂ ਦੀ ਗੱਲ ਕੀਤੀ ਉਸ ਟਾਈਮ। ਸੋ ਸਾਰੇ ਪਹੁੰਚੋ। ਕੱਲ੍ਹ ਨੂੰ ਅਸੀਂ ਨਾਭਾ ਪਹੁੰਚ ਰਹੇ ਹਾਂ 11:30 ਵਜੇ। ਉੱਥੇ ਮੈਂ, ਹਰਭਜਨ ਮਾਨ ਬਾਈ ਜੀ, ਤਰਸੇਮ ਜੱਸੜ ਵੀਰ, ਕੁਲਵਿੰਦਰ ਬਿੱਲਾ, ਹੋਰ ਸਾਡੇ ਨਾਲ ਸਾਰੇ ਵੀਰ ਸਾਰੇ ਪਹੁੰਚ ਰਹੇ ਆ। ਔਰ ਬਹੁਤ ਚੰਗੀ ਗੱਲ ਆ ਕਿ ਸਾਰੇ ਕਲਾਕਾਰ ਇਸ ਗਰਾਊਂਡ ਲੈਵਲ ਤੇ ਆ ਕੇ ਗੱਲ ਕਰ ਰਹੇ ਆ। ਔਰ ਮੈਂ ਕੋਸ਼ਿਸ਼ ਕਰ ਰਿਹਾ ਕਿ ਜੇ 28 ਸਤੰਬਰ ਨੂੰ ਆਪਣੇ ਜ਼ਿਲ੍ਹੇ ਗੁਰਦਾਸਪੁਰ, ਬਟਾਲੇ ਦੇ ਵਿੱਚ ਵੀ ਅਸੀਂ ਭਗਤ ਸਿੰਘ ਦੇ ਜਨਮ ਦਿਨ ਵਾਲੇ ਦਿਨ ਜੇ ਉੱਧਰ ਵੀ ਅਸੀਂ ਕੋਈ ਰੋਸ ਮਾਰਚ ਕੱਢੀਏ, ਕਿਉਂਕਿ ਲਗਾਤਾਰ ਹੋਣੇ ਬਹੁਤ ਜ਼ਰੂਰੀ ਆ, ਤਾਂ ਹੀ ਸਰਕਾਰ ਤੱਕ ਗੱਲ ਪਹੁੰਚੂਗੀ। ਸੋਧ ਅੱਜ ਤੱਕ ਹੁੰਦੀ ਆਈ ਆ ਬਿੱਲਾਂ ਦੇ ਵਿੱਚ। 26 ਜਨਵਰੀ 1950 ਨੂੰ ਜੇ ਬਿੱਲ ਪਾਸ, ਸੰਵਿਧਾਨ ਸਾਡਾ ਜਿਹੜਾ ਲਾਗੂ ਹੋਇਆ, ਤਾਂ 1 ਸਾਲ ਦੇ ਵਿੱਚ ਪਹਿਲੀ ਸੋਧ ਹੋਈ 1951 ਦੇ ਵਿੱਚ ਜਾ ਕੇ। ਹੁਣ ਤੱਕ 100+ ਜਾਂ 100 ਦੇ ਨੇੜੇ ਤੇੜੇ ਜਿਹੜੀਆਂ ਉਹ ਕਾਨੂੰਨ ਸੰਵਿਧਾਨ ਦੇ ਵਿੱਚ ਸੋਧਾਂ ਹੋ ਚੁੱਕੀਆਂ, ਜਿਹੜੇ ਬਿੱਲ ਪਾਸ ਜਿੰਨੇ ਵੀ ਸਰਕਾਰ ਨੇ ਕੀਤੇ। ਸੋ ਇਹ ਬਿੱਲ ਨੂੰ ਵੀ ਅਸੀਂ ਜਿਹੜਾ ਆ ਕੋਸ਼ਿਸ਼ ਕਰਦੇ ਹਾਂ ਕਿ ਜੇ ਅਸੀਂ ਸਾਰੇ ਆਪਣਾ ਰੋਸ ਪ੍ਰਦਰਸ਼ਨ ਕਰਕੇ, ਆਪਣੇ ਰੌਲਾ ਪਾ ਕੇ, ਆਪਣੇ ਸੜਕਾਂ ਤੇ ਆ ਕੇ ਜੇ ਇਹਦੇ ਵਿੱਚ ਸੋਧ ਕਰਾ ਸਕੀਏ, ਰੱਦ ਕਰਾ ਸਕੀਏ, ਕੁਛ ਵੀ ਹੋਵੇ, ਪਰ ਜਿਹੜਾ ਆ ਕਿਸਾਨ ਦੇ ਪੱਖ 'ਚ ਹੋਣਾ ਚਾਹੀਦਾ, ਕਿਸਾਨ ਦੇ ਹੱਕ 'ਚ ਹੋਣਾ ਚਾਹੀਦਾ, ਨਾ ਕਿ ਕਿਸਾਨ ਨੂੰ ਲੁੱਟਿਆ ਜਾਵੇ, ਨਾ ਕਿ ਕਿਸਾਨ ਆਉਣ ਵਾਲੇ ਟਾਈਮ 'ਚ ਅਸੀਂ ਆਪਣੇ ਖੇਤਾਂ 'ਚ ਮਿਜ਼ਦੂਰੀ ਕਰਦੇ ਲੱਭੀਏ। ਸੋ ਬੇਨਤੀ ਆ ਕਿ ਕੱਲ੍ਹ ਨੂੰ ਜ਼ਰੂਰ ਸਾਰੇ ਵੀਰ ਪਹੁੰਚੋ। ਅਸੀਂ ਨਾਭੇ ਪਹੁੰਚ ਰਹੇ ਹਾਂ 11:30 ਦੇ ਕਰੀਬ। ਸੋ ਆਓ ਉੱਥੇ ਰਲ ਮਿਲ ਕੇ ਸਾਰੇ ਇਸ ਆਰਡੀਨੈਂਸ ਜਿਹੜਾ ਖੇਤੀ ਦਾ ਬਿੱਲ ਪਾਸ ਹੋਇਆ, ਇਹਦੇ ਖਿਲਾਫ ਖੁੱਲ੍ਹ ਕੇ ਬੋਲਦੇ ਹਾਂ, ਤਰੀਕੇ ਨਾਲ ਬੋਲਦੇ ਹਾਂ, ਆਪਣੀ ਗੱਲ ਰੱਖਦੇ ਹਾਂ। ਪ੍ਰਧਾਨ ਮੰਤਰੀ ਨੂੰ ਪਤਾ ਹੁੰਦਾ ਕਿ ਕਿਹੜੀ ਗੱਲ, ਇਹਨਾਂ ਨੂੰ ਤਾਂ ਨਿੱਕੀ ਨਿੱਕੀ ਗੱਲ ਦਾ ਪਤਾ ਹੁੰਦਾ, ਫਿਰ ਇਹ ਕਿਉਂ ਨਹੀਂ ਪਤਾ ਲੱਗੂਗਾ ਕਿ ਪੰਜਾਬ ਦੇ ਵਿੱਚ ਇੰਨਾ ਰੌਲਾ ਪੈ ਰਿਹਾ, ਇੰਨਾ ਰੋਸ ਪ੍ਰਦਰਸ਼ਨ ਹੋ ਰਿਹਾ। ਮਸਲਾ ਇਹ ਨਹੀਂ ਕਿ ਦਿੱਲੀ ਤੱਕ ਗੱਲ ਨਹੀਂ ਪਹੁੰਚੂ, ਦਿੱਲੀ ਤੱਕ ਗੱਲ ਪਹੁੰਚੂਗੀ, ਪਰ ਦਿੱਲੀ ਜਾਣ ਤੋਂ ਪਹਿਲਾਂ ਇੱਥੇ ਵਿਉਂਤਬੰਦੀ ਕਰਨੀ ਬਹੁਤ ਜ਼ਰੂਰੀ ਆ। ਮਸਲਾ ਇਹ ਨਹੀਂ ਕਿ ਤੁਸੀਂ ਆਪਾਂ ਪੁਲਿਸ ਨਾਲ ਬੈਸੀ ਜਾਈਏ ਬੈਰੀਗੇਟਾਂ ਤੇ, ਪੁਲਿਸ ਨੇ ਹੀ ਸਾਰਾ ਦਿਨ ਕੱਢ ਦਈਏ, ਸਾਨੂੰ ਜਾਣ ਦਿਓ, ਸਾਨੂੰ ਜਾਣ ਦਿਓ। ਮਸਲਾ ਇਹ ਹੈ ਕਿ ਉਸ ਤੋਂ ਪਹਿਲਾਂ ਇੱਕ ਬੈਠ ਕੇ ਵਿਚਾਰ ਕਰੋ, ਸਿੱਧੀ ਉੱਥੇ ਗੱਲ ਪਹੁੰਚਾਓ। ਮੀਡੀਆ ਤਾਂ ਹਰ ਬੰਦੇ ਨੂੰ ਟਾਰਗੇਟ ਕਰਕੇ ਉੱਥੋਂ ਤੱਕ ਗੱਲ ਪਹੁੰਚਾ ਸਕਦਾ। ਔਰ ਜੇ ਇਹ ਸਟਾਰ, ਇਹ ਵੱਡੇ ਲੋਕ ਜਿਹੜੇ ਇਸ ਹਮਾਇਤ ਕਰ ਰਹੇ ਆ ਬਿੱਲ ਦੀ, ਜਿਹੜੇ ਬਾਲੀਵੁੱਡ ਵਾਲੇ, ਇਹ ਸਾਨੂੰ ਬਲੌਕ ਕਰ ਸਕਦੇ, ਇਹਨਾਂ ਨੂੰ ਪਤਾ ਕਿ ਇਹ ਬੋਲ ਰਹੇ ਆ, ਤਾਂ ਹਰ ਬੰਦਾ ਅੱਜ ਕੱਲ੍ਹ ਫੋਨ ਤੋਂ ਬਿਨਾਂ ਕੋਈ ਵੀ ਬੰਦਾ ਨਹੀਂ ਰਹਿੰਦਾ, ਭਾਵੇਂ ਉਹ ਕੋਈ ਵੀ ਹੋਵੇ, ਕਿੱਡਾ ਵੀ ਹੋਵੇ। ਸੋ ਸਭ ਨੂੰ ਪਤਾ ਕਿੱਥੇ ਕੀ ਹੋ ਰਿਹਾ, ਲੋਕਾਂ ਨੂੰ ਇੱਥੋਂ ਤੱਕ ਵੀ ਉਹਨਾਂ ਨੂੰ ਪਤਾ ਕਿਹੜੇ ਪਿੰਡ 'ਚ ਕੀ ਧਰਨਾ ਲੱਗ ਰਿਹਾ, ਉਹਨਾਂ ਦੇ ਆਪ ਦੇ ਬੰਦੇ ਧਰਨਿਆਂ ਦੇ ਵਿੱਚ ਬੈਠੇ ਆ। ਸੋ ਕੱਲ੍ਹ ਨੂੰ ਤੁਸੀਂ ਆਓ, ਨੌਜਵਾਨ, ਬਜ਼ੁਰਗ, ਸਾਰੇ ਮੇਰੇ ਵੀਰ ਭਰਾ ਪਹੁੰਚੋ। ਅਸੀਂ ਵਧੀਆ ਤਰੀਕੇ ਨਾਲ ਇਸ ਬਿੱਲ ਦੇ ਜਿਹੜੇ ਵਿਰੋਧ ਦੇ ਵਿੱਚ ਬੋਲੀਏ ਔਰ ਆਪਣੇ ਪੰਜਾਬ ਨੂੰ, ਆਪਣੀ ਕਿਸਾਨੀ ਨੂੰ ਬਚਾਈਏ। ਔਰ ਮੈਂ ਵਾਅਦੇ ਨਾਲ ਕਹਿ ਸਕਦਾ, ਅਗਰ ਅੱਜ ਇਸ ਰੋਸ ਮਾਰਚਾਂ ਦੇ ਨਾਲ, ਪ੍ਰਦਰਸ਼ਨਾਂ ਦੇ ਨਾਲ ਇਸ ਬਿੱਲ ਦੇ ਵਿਰੁੱਧ ਅਸੀਂ ਆਵਾਜ਼ ਚੁੱਕ ਲਈ, ਤਾਂ ਆਉਣ ਵਾਲੇ ਟਾਈਮ 'ਚ ਇਹਨਾਂ ਲੋਕਾਂ ਨੂੰ ਇਹ ਹੋ ਜਾਊਗਾ ਵੀ ਯਾਰ ਨਹੀਂ, ਪੰਜਾਬ ਦੇ ਵਿੱਚ ਅੱਜ ਵੀ ਲੋਕ ਜਿਹੜੇ ਆ ਉਹ ਅਣਖੀ ਔਰ ਹੱਕਾਂ ਦੀ ਗੱਲ ਕਰਦੇ ਆ। ਨਹੀਂ ਤਾਂ ਉਹ ਦਿਨ ਦੂਰ ਨਹੀਂ
ਇਹਨਾਂ ਨੇ ਹੋਰ ਸਾਲ ਡੇਢ ਸਾਲ ਦੇ ਵਿੱਚ ਕੋਈ ਨਾ ਕੋਈ ਬੋਲੀ ਦੇ ਅਗੇਂਸਟ ਵੀ ਜਿਹੜਾ ਆ ਉਹ ਬਿੱਲ ਪਾਸ ਕਰ ਦੇਣਾ ਆ, ਤਾਂ ਫਿਰ ਅਸੀਂ ਫਿਰ ਹੱਥਾਂ ਨੂੰ ਮਲਦੇ ਰਹਿਣਾ, ਫਿਰ ਸਾਡੇ ਇੱਥੇ ਤਾਂ ਕੁਝ ਨਹੀਂ ਰਹਿ ਜਾਣਾ। ਸੋ ਪਲੀਜ਼ ਮੇਰੀ ਇੱਕ ਬੇਨਤੀ ਸੀ, ਮੈਨੂੰ ਸੀਗਾ ਕਿ ਮੈਂ ਤੁਹਾਡੇ ਨਾਲ ਲਾਈਵ ਹੋ ਕੇ ਇਸ ਚੀਜ਼ ਨੂੰ ਜ਼ਰੂਰ ਸ਼ੇਅਰ ਕਰਾਂ। ਸੋ ਤੁਸੀਂ ਕੱਲ ਪਹੁੰਚੋ ਜਿੱਥੇ ਕਿਤੇ ਵੀ, ਜੇ ਇਹ ਕੋਈ ਮਸਲਾ ਇਹ ਨਹੀਂ ਕਿ ਜ਼ਿਲ੍ਹੇ 'ਚ ਤੁਸੀਂ ਆਪਣੇ ਜ਼ਿਲ੍ਹੇ 'ਚ ਆਓ, ਜੇ ਮੇਰਾ ਜ਼ਿਲ੍ਹਾ ਉਹ ਅਤੇ ਮੈਂ ਉੱਥੇ ਜ਼ਰੂਰ ਬੋਲਾਂ। ਮਸਲਾ ਪੰਜਾਬ ਦਾ ਆ, ਪੰਜਾਬ ਸਾਡਾ ਸਾਰਾ ਆਪਣਾ ਆ, ਸਾਡੇ ਸਾਰੇ ਕਿਸਾਨ ਜਿੰਨੇ ਵੀ ਇੱਥੇ ਮਜ਼ਦੂਰੀ ਕਿਸਾਨੀ ਕਰਦੇ ਉਹ ਸਾਰੇ ਮੇਰੇ ਆਪਣੇ ਆ, ਅਸੀਂ ਕਿਸਾਨ ਪਰਿਵਾਰਾਂ 'ਚੋਂ ਆ। ਇਹਦੇ ਨਾਲ ਸਾਨੂੰ ਵੀ ਓਨਾ ਹੀ ਫਰਕ ਪੈਣਾ। ਜ਼ਰੂਰੀ ਨਹੀਂ ਅਸੀਂ ਕਲਾਕਾਰਾਂ ਜੇ ਖਾੜਿਆਂ ਦੇ ਇੰਨੇ ਪੈਸੇ ਲੈਂਦੇ ਆ ਤਾਂ, ਪਰ ਰੋਟੀ ਤਾਂ ਅਸੀਂ ਵੀ ਖਾਣੀ ਆ, ਕਣਕ ਤਾਂ ਸਾਡੇ ਖੇਤਾਂ 'ਚੋਂ ਵੀ ਆਉਣੀ ਆ, ਮਜ਼ਦੂਰੀ ਤਾਂ ਸਾਡੇ ਲੋਕਾਂ ਨੇ ਹੀ ਕਰਨੀ ਆ। ਸੋ ਅਸੀਂ ਲੋਕਾਂ ਦੇ ਅੱਜ ਹੱਕਾਂ ਦੇ ਵਿੱਚ ਸਾਰੇ ਨਿੱਤਰ ਰਹੇ ਆ। ਸੋ ਪਲੀਜ਼ ਇਸ ਬੇਨਤੀ ਨੂੰ ਸਵੀਕਾਰ ਕਰਿਓ। ਬਹੁਤ ਬਹੁਤ ਧੰਨਵਾਦ। ਕੈਨੇਡਾ, ਅਮਰੀਕਾ ਜਾਂ ਬਾਹਰਲੇ ਮੁਲਕਾਂ 'ਚ ਜਿੱਥੇ ਵੀ ਪੰਜਾਬੀ ਆ ਜਿਹੜੇ ਇਸ ਬਿੱਲ ਦਾ ਵਿਰੋਧ ਕਰ ਰਹੇ ਆ, ਸੋਸ਼ਲ ਮੀਡੀਆ ਜ਼ਰੀਏ ਆਪਣੀਆਂ ਪ੍ਰੋਫਾਈਲ ਪਿਕਸ ਜਿਹੜੀਆਂ ਆ ਉਹਨਾਂ ਨੂੰ ਚੇਂਜ ਕਰਕੇ ਸਪੋਰਟ ਵਿਦ ਫਾਰਮਰਸ ਜਾਂ ਲਾਈਕ ਕਿਸਾਨ ਭਰਾਵਾਂ ਦੇ ਹੱਕ ਦੇ ਵਿੱਚ ਗੱਲ ਕਰ ਰਿਹਾ। ਸੋ ਸਾਰਿਆਂ ਦਾ ਬਹੁਤ ਧੰਨਵਾਦ। ਪੰਜਾਬ ਨੂੰ ਲੋੜ ਆ ਇਸ ਟਾਈਮ ਸੰਘਰਸ਼ ਦੀ, ਔਰ ਸੰਘਰਸ਼ ਇੱਥੇ ਚੱਲਦੇ ਆਏ ਆ, ਭਾਵੇਂ ਉਹ ਸਿਕੰਦਰ ਦੇ ਟਾਈਮ ਤੋਂ, ਭਾਵੇਂ ਬਾਬੇ ਹਰੀ ਸਿੰਘ ਨਲੂਏ ਹੋਣਾ ਦੇ ਟਾਈਮ ਤੋਂ, ਭਾਵੇਂ ਉਸ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਹੋਣਾ ਦੇ ਟਾਈਮ ਤੋਂ ਪੰਜਾਬ ਦੀ ਧਰਤੀ ਨੇ ਬਹੁਤ ਸੰਘਰਸ਼ ਕੀਤਾ। ਬਹੁਤ ਇੱਥੇ ਪੈਰ ਤੇ ਜਿਹੜੇ ਆ ਸੰਘਰਸ਼ ਸਾਡੇ ਲੋਕਾਂ ਨੂੰ ਕਰਨੇ ਪਏ ਆ। ਸੋ ਇਹ ਗੁਰੂਆਂ ਪੀਰਾਂ ਦੀ ਧਰਤੀ ਆ, ਇੰਨੀ ਛੇਤੀ ਤਾਂ ਕਿਸੇ ਵੀ ਜ਼ਾਲਮ ਨੂੰ, ਕਿਸੇ ਵੀ ਸਰਕਾਰ ਨੂੰ ਇਹਨੂੰ ਹੜੱਪਣ ਨਹੀਂ ਦਿੰਦੇ। ਸੋ ਤੁਸੀਂ ਕੱਲ੍ਹ ਆਓ, ਆਪਾਂ ਰਲ ਮਿਲ ਕੇ ਗੱਲ ਕਰਦੇ ਹਾਂ। चढ़ती कला च रहो, खुश रहो, तंदुरुस्त रहो। आज बहुत बड़ा दिन है किसान भाइयों हम सब के लिए, क्यों मैं हम सब इसलिए कह रहा हूँ कि मैं खुद भी किसान हूँ। ये मेरे खेत की सरसों है, ये मेरे खेत की गेहूं है, कणक है। मैं खुद किसान हूँ, पिछले 20 साल से अपने खेतों में ये चीजें उगा रहा हूँ, और इस बार गाजर, मूली, शकरकंदी भी मैंने लगा रखी है। मेरी ये आप सबसे बहुत बहुत गुजारिश है कि जो मोदी जी ने एग्रीकल्चर बिल पास किया है उन पे भरोसा करें, और लोगों की बातों पे, अफवाहों पे बिल्कुल मत जाएं, और ताकि हम लोग अपनी मर्जी से, अब कोई भी बिचौलिया नहीं है, अपने देश की उन्नति के लिए काम करें। और मोदी से एक और गुजारिश है, मोदी जी हमें अब देसी बीज भी प्रोवाइड किए जाएं, ताकि देश भारत बहुत आगे बढ़े और प्योर ऑर्गेनिक हो। रब रखा, लव यू ऑल। ਗੁਰਪਿਆਰਿਓ, ਅੰਤतः ਇੱਕੋ ਹੀ ਗੱਲ ਕਹਿਣਾ ਚਾਹਾਂਗੇ, ਤੁਸੀਂ ਗਾਇਕਾਂ ਦੇ ਸੁਝਾਅ ਸੁਣੇ, ਗਾਇਕਾਂ ਦੀਆਂ ਗੱਲਾਂ ਸੁਣੀਆਂ ਤੇ ਦਲੇਰ ਮਹਿੰਦੀ ਨੇ ਜੋ ਕਿਹਾ ਤੁਸੀਂ ਉਹ ਵੀ ਸੁਣਿਆ। ਹੁਣ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਆਖਿਰ ਅਸਲ ਪੰਜਾਬੀ ਕੌਣ ਹੈ, ਅਸਲ ਪੰਜਾਬ ਦਾ ਵਾਰਿਸ ਕੌਣ ਹੈ, ਅਸਲ ਜਾਗਦੀ ਜ਼ਮੀਰ ਵਾਲਾ ਕੌਣ ਹੈ। ਕਿਉਂਕਿ ਜਿਹੜੇ ਸਿਆਸੀ ਧਿਰਾਂ ਦੇ ਹੱਥ ਠੋਕੇ ਬਣ ਕੇ ਚੱਲਦੇ ਨੇ, ਫਿਰ ਚਾਹੇ ਉਹ ਸਿਆਸਤਦਾਨ ਹੋਣ ਜਾਂ ਵੱਡੇ ਧਾਰਮਿਕ ਅਹੁਦਿਆਂ ਤੇ ਵਿਰਾਜਮਾਨ ਸਾਡੇ ਵੱਡੇ ਪੰਥਕ ਆਗੂ, ਉਹਨਾਂ ਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਜੇਕਰ ਉਹ ਅਜਿਹੀਆਂ ਘੜੀਆਂ ਕਰਤੂਤਾਂ ਉੱਤੇ ਰਹਿਣਗੇ ਤੇ ਪੰਥ ਦੇ ਹਿੱਤਾਂ ਤੋਂ ਪਰਾਂ ਜਾ ਕੇ ਫੈਸਲੇ ਲੈਣਗੇ, ਤਾਂ ਉਹ ਦਿਨ ਦੂਰ ਨਹੀਂ ਹੋਵੇਗਾ ਜਿਸ ਦਿਨ ਚੜ੍ਹਦੀ ਕਲਾ ਵਾਲੇ ਸਿੰਘ ਆਪ ਇਹਨਾਂ ਨੂੰ ਦਰਕਿਨਾਰ ਕਰ ਦੇਣਗੇ। ਅਤੇ ਹੁਣ ਤਾਂ ਸਿਮਰਜੀਤ ਸਿੰਘ ਮਾਨ ਨੇ ਖੁੱਲ੍ਹਾ ਐਲਾਨ ਕਰ ਦਿੱਤਾ ਹੈ ਕਿ ਜੇਕਰ ਪੂਰੇ ਪੰਜਾਬ ਦੇ ਕਿਸਾਨ ਇਹ ਹੱਲਾ ਬੋਲ ਦੇਣ ਕਿ ਉਹਨਾਂ ਨੂੰ ਖਾਲਿਸਤਾਨ ਚਾਹੀਦਾ ਹੈ, ਤਾਂ ਦੇਖਿਓ ਕਿੱਦਾਂ ਨਾਲ ਦੀ ਨਾਲ ਆਰਡੀਨੈਂਸ ਵੀ ਰੱਦ ਹੋ ਜਾਣਗੇ ਅਤੇ ਨਾਲ ਹੀ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਵੀ ਮੰਨ ਲਈਆਂ ਜਾਣਗੀਆਂ। ਹੁਣ ਵੇਖਣਾ ਇਹ ਹੋਵੇਗਾ ਕਿ ਆਖਿਰ ਪੰਜਾਬ ਦੀ ਪੱਕੀ ਹੋਈ ਸਿਆਸਤ ਦਾ ਇਹ ਊਂਠ ਕਿਸ ਕਰਵਟ ਬੈਠਦਾ ਹੈ ਅਤੇ ਆਰਡੀਨੈਂਸ ਦੀ ਭੜਕੀ ਹੋਈ ਇਸ ਅੱਗ ਤੇ ਕਿਹੜੀਆਂ ਸਿਆਸੀ ਧਿਰਾਂ ਕਿੱਦਾਂ ਆਪਣੀਆਂ ਰੋਟੀਆਂ ਸੇਕਦੀਆਂ ਨੇ। ਤੁਸੀਂ ਸਭ ਇਸ ਮਸਲੇ 'ਤੇ ਕੀ ਸੋਚਦੇ ਹੋ, ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।